ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ। ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵੱਥ। ਸਭ ਜਗ ਜਿਨਹਿ ਉਪਾਇਆ ਭਾਈ। ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵੱਥ। ਕਿਨ ਕਹੀਐ ਕਿਉ ਦੇਖੀਐ ਭਾਈ। ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ। ਜਿਸ ਤੇ ਜਾਪੈ ਤੱਥ। ਮੇਰੇ ਮਨ ਜਪੀਐ ਹਰ ਭਗਵੰਤਾ। ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰ ਭਗਵੰਤਾ। ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਕੀ ਬਖਸ਼ਿਸ਼ ਵਾਲੀ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਸੱਚਖੰਡ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਆਨੰਦ ਲੈ ਰਹੇ ਹੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜਿਨ੍ਹਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਏਮਾਨ ਹਾਂ। ਸਤਿਗੁਰੂ ਸਾਹਿਬ ਜੀ ਅਪਾਰ ਕਿਰਪਾ ਬਖਸ਼ਿਸ਼ ਦਾ ਖਜ਼ਾਨਾ ਖੋਲ੍ਹ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਆਪਣੇ ਪਾਵਨ ਦੀਦਾਰ ਬਖਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਸਮੁੱਚੀਆਂ ਸਿੱਖ ਸੰਗਤਾਂ ਭਲੀ ਪ੍ਰਕਾਰ ਜਾਣੂ ਹੋ ਕਿ ਖਾਲਸਾ ਪੰਥ ਦੇ ਮਹਾਨ ਸ਼ਹੀਦਾਂ ਦੇ ਦਿਹਾੜੇ ਚੱਲ ਰਹੇ ਹਨ। ਜਿਨ੍ਹਾਂ ਦਿਹਾੜਿਆਂ ਬਾਬਤ ਆਪਾਂ ਪਿਛਲੇ ਦਿਹਾੜਿਆਂ ਅੰਦਰ ਕਥਾ ਸਰਵਣ ਕਰਦੇ ਰਹੇ ਹਾਂ। ਜਿਵੇਂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਲਗੀਧਰ ਪ੍ਰੀਤਮ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਦੀਨ ਦੁਨੀਆ ਦੇ ਵਾਲੀ ਸਤਿਗੁਰੂ ਸਾਹਿਬ ਜੀ ਨੇ ਸੋ ਪਿਛਲੇ ਦਿਹਾੜਿਆਂ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਸ ਨੂੰ
ਵੱਡਿਆਂ ਵੱਡਿਆਂ ਮੁਸਲਮਾਨ ਕਵੀਆਂ ਨੇ ਵੀ ਆਪਣਾ ਸਜਦਾ ਕਰਦਿਆਂ ਹੋਇਆਂ ਇੱਥੋਂ ਤੱਕ ਲਿਖਿਆ ਹੈ ਕਿ ਹਿੰਦ ਮੈਂ ਇੱਕ ਤੀਰਥ ਹੈ ਸਿਰ ਝੁਕਾਣੇ ਕੇ लिए जहाँ बाप ने बच्चों को कटाया खुदा के लिए। ਇੱਥੋਂ ਤੱਕ ਲਿਖ ਦਿੱਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਤੀਰਥ ਹੈ ਸਿਰ ਝੁਕਾਉਣ ਵਾਸਤੇ ਜਿੱਥੇ ਇੱਕ ਪਿਤਾ ਨੇ ਆਪਣੇ ਬੱਚਿਆਂ ਨੂੰ ਖੁਦਾ ਦੇ ਨਾਂ 'ਤੇ ਕੁਰਬਾਨ ਕੀਤਾ ਹੋਵੇ। ਸੋ ਐਸੇ ਬਚਨ ਸਤਿਗੁਰੂ ਸਾਹਿਬ ਜੀ ਬਾਬਤ ਹੀ ਕਹਿਣੇ ਬਣ ਆਉਂਦੇ ਹਨ। ਧੰਨ ਚੋਜੀ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਆਪਣੇ ਲਾਲਾਂ ਦੀ ਕੁਰਬਾਨੀ ਦੇ ਕਰਕੇ ਸੋ ਪਾਈ ਰਹਿੰਦੀ ਦੁਨੀਆ ਤੱਕ ਸੋ ਜਿੱਥੇ ਧਰਮ ਦੀ ਰੱਖਿਆ ਕੀਤੀ ਹੈ ਉੱਥੇ ਨਾਲ ਦੇ ਨਾਲ ਅਨੇਕਾਂ ਹੀ ਲਾਲਾਂ ਨੂੰ ਅਨੇਕਾਂ ਮਾਵਾਂ ਦੇ ਸੋ ਲਾਲਾਂ ਨੂੰ ਬਚਾਉਣਾ ਕੀਤਾ ਹੈ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਬਾਬਤ ਮਹਾਂਪੁਰਖਾਂ ਨੇ ਬੜੇ ਸੁੰਦਰ ਬਚਨ ਲਿਖੇ ਹਨ ਕਿ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚੌਹਾਂ ਬੱਚਿਆਂ ਕਹਾਏ ਦੇਵੇ ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲੇਵੇ ਸਿੱਖ ਨੂੰ ਨਿਕਾਲ ਜੀ। ਐਸੇ ਸਤਿਗੁਰੂ ਕਲਗੀਧਰ ਪ੍ਰੀਤਮ ਜੀ ਜਿਨ੍ਹਾਂ ਨੇ ਵੱਡੀ ਬਖਸ਼ਿਸ਼ ਸਾਡੇ ਤੇ ਕੀਤੀ ਹੈ। ਭਾਈ ਕੋਈ ਹੈ ਸੰਸਾਰ ਤੇ ਐਸਾ ਗੁਰੂ ਜਿਹੜਾ ਕੋਈ ਰਹਿਬਰ ਦੁਨੀਆ ਦੀ ਹਿਸਟਰੀ ਪੜ੍ਹਨ ਵਾਲੇ ਵਿਦਵਾਨ ਜਨ ਇਸ ਸੰਸਾਰ ਦੇ ਅੰਦਰ ਸੁਭਾਏਮਾਨ ਹੋਣਗੇ ਪਰ ਲਿਖਤਾਂ ਕਮਜ਼ੋਰ ਹੋ ਜਾਂਦੀਆਂ ਹਨ ਪੜ੍ਹਨ ਵਾਲਿਆਂ ਦੀ ਬੁੱਧੀ ਬੁਖਲਾ ਜਾਂਦੀ ਹੈ। ਕੋਈ ਐਸਾ ਰਹਿਬਰ ਕੋਈ ਐਸਾ ਪੀਰ ਕੋਈ ਐਸਾ ਦੇਵਪੁਰਖ ਕੋਈ ਦੇਵਤਾ ਅਜਿਹਾ ਨਹੀਂ ਮਿਲੇਗਾ ਜਿਹੜਾ ਆਪਣੇ ਨਾਦੀ ਪੁੱਤਰਾਂ ਤੋਂ ਆਪਣੀ ਬਿੰਦੀ ਬੰਸ ਨੂੰ ਵਾਰ ਕਰਕੇ ਇਹ ਕਹੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੁਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਕੇਵਲ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੂੰ ਹੀ ਬਣ ਆਇਆ ਹੈ। ਉਹ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਪਰਿਵਾਰ ਦੇ ਵਿੱਚੋਂ ਸਾਡੇ ਪਿਆਰੇ ਬਾਬੇ ਮਹਾਂਪੁਰਖਾਂ ਦੇ ਜੋ ਦਾਸਤਾਨ ਹੈ ਜੋ ਅਨੋਖੀ ਦਾਸਤਾਨ ਹੈ ਉਸ ਵਿੱਚੋਂ ਜਿਹੜਾ ਅੱਜ ਦਾ ਦਿਹਾੜਾ ਹੈ ਭਾਈ ਆਪ ਜੀ ਨੇ ਸਰਵਣ ਕੀਤੀ ਹੋਵੇਗੀ ਕਥਾ ਸਾਰੀ ਦੀ ਸਾਰੀ ਫਿਰ ਵੀ ਦਾਸ ਟੂਕ ਮਾਤਰ ਬੇਨਤੀ ਕਰੇ ਕਿ ਸਰਸਾ ਦੇ ਕੰਢੇ ਤੋਂ ਸਤਿਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੱਖੋ ਵੱਖਰੇ ਥਾਵਾਂ ਨੂੰ ਚਾਲੇ ਪਾਏ ਹਨ। ਵੱਡੇ ਸਾਹਿਬਜ਼ਾਦੇ ਸਤਿਗੁਰੂ ਸਾਹਿਬ ਜੀ ਦੇ ਨਾਲ ਸਾਹਿਬ ਬਾਬਾ ਅਜੀਤ ਸਿੰਘ ਜੀ ਸਾਹਿਬ ਬਾਬਾ ਜੁਝਾਰ ਸਿੰਘ ਜੀ ਚੱਲੇ ਹਨ। ਉਧਰ ਸੋ ਗੁਰੂ ਕੇ ਮਹਿਲ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਸਿੱਖ ਦੇ ਨਾਲ ਦਿੱਲੀ ਦੇ ਰਸਤੇ ਪਏ ਹਨ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਾਹਿਬ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਸਮੇਤ ਸੋ ਗੰਗੂ ਜਿਹੜਾ ਖੇੜੀ ਦਾ ਰਹਿਣ ਵਾਲਾ ਸੀ ਜਿਸ ਨੇ ਬੇਨਤੀ ਕੀਤੀ ਮਾਤਾ ਜੀ ਦੇ ਪਾਸ ਕਿ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ ਮੇਰਾ ਨਗਰ ਇੱਥੋਂ ਨੇੜੇ ਹੀ ਹੈ। ਉਹਦੇ ਨਾਲ ਇੱਕ ਖੁਰਚੀ ਜੋ ਧਨ ਦੀ ਖੱਚਰ ਤੇ ਲੱਦੀ ਹੋਈ ਸੀ ਉਸ ਨੂੰ ਨਾਲ ਲੈ ਕਰਕੇ ਚੱਲੇ ਹਨ। ਇਹ ਗੰਗੂ ਬਾਬਤ ਕਈ ਗੁਰਮੁਖ ਪਿਆਰੇ ਇਹ ਕਹਿੰਦੇ ਨੇ ਕਿ ਇਹ ਗੁਰੂ ਘਰ ਦਾ ਰਸੋਈਆ ਸੀ ਪਰ ਇਤਿਹਾਸਕ ਲਿਖਤਾਂ ਮੁਤਾਬਕ ਇਹ ਪੜ੍ਹਨ ਨੂੰ ਮਿਲਦਾ ਕਿ ਕੁਝ ਕੁ ਸਮਾਂ ਇਹ ਗੁਰੂ ਘਰ ਦਾ ਮਸੰਦ ਰਿਹਾ ਹੈ। ਸੋ ਐਸਾ ਜਿਹੜਾ ਇਹ ਹੈ ਇਹ ਲੈ ਕਰਕੇ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਖੇੜੀ ਪਹੁੰਚਿਆ ਹੈ। ਸੋ ਨਗਰ ਵਿੱਚ ਜਾਣੇ ਤੇ ਇਸ ਨੇ ਧਨ ਦਾ ਲਾਲਚ ਇਹਦੀਆਂ ਅੱਖਾਂ ਵਿੱਚ ਆ ਗਿਆ। ਲੋਭ ਦਾ ਮਾਰਿਆ ਹੋਇਆ ਆਪਣੀ ਮਾਂ ਨੂੰ ਜਾ ਕੇ ਕਹਿਣ ਲੱਗਾ ਮਾਂ ਤੂੰ ਇਹਨਾਂ ਦੀ ਰੋਟੀ ਵਿੱਚ ਜ਼ਹਿਰ ਪਾ ਦੇ। ਮਾਤਾ ਇਸ ਦੀ ਕਹਿਣ ਲੱਗੀ ਵੇ ਗੰਗੂ ਮੈਂ ਤੇ ਅਜਿਹਾ ਪਾਪ ਕਰਮ ਕਰ ਨਹੀਂ ਸਕਦੀ ਪਰ ਤੈਨੂੰ ਵੀ ਚਾਹੀਦਾ ਹੈ ਕਿ ਜਿਸ ਘਰ ਦਾ ਖਾਧਾ ਹੋਵੇ ਅਜਿਹਾ ਪਾਪ ਨਾ ਕਰ ਤੂੰ ਇਸ ਪਾਪ ਤੋਂ ਟਲ ਜਾ। ਪਰ ਵਿਦਵਾਨਾਂ ਦਾ ਬੜਾ ਸੁੰਦਰ ਕਥਨ ਹੈ ਕਹਿੰਦੇ ਨੇ ਕਿ ਕੇਲੇ ਦੇ ਛਿਲਕੇ ਤੋਂ ਤਿਲਕਿਆ ਹੋਇਆ ਮਨੁੱਖ ਹੋ ਸਕਦਾ ਹੈ ਕਿ ਡਿੱਗਣੋਂ ਬਚ ਜਾਵੇ ਪਰ ਜਿਹੜਾ ਮਾਇਆ ਤੋਂ ਤਿਲਕਿਆ ਹੋਵੇ ਉਹਨੂੰ ਕੋਈ ਸਹਾਰਾ ਨਹੀਂ ਮਿਲਦਾ ਉਹ ਡਿੱਗ ਹੀ ਪੈਂਦਾ।
ਮਾਇਆ ਤੋਂ ਤਿਲਕੇ ਹੋਏ ਦੇ ਕਰਤਾਰ ਦਾ ਡਿੱਗਣਾ ਅਵਸ਼ ਹੈ, ਉਹ ਡਿੱਗ ਹੀ ਜਾਂਦਾ ਹੈ ਮਨੁੱਖ। ਇਹ ਡਿੱਗਿਆ ਹੋਇਆ ਕਰਤਾਰ ਤੋਂ ਉਸ ਸਮੇਂ ਇਸ ਨੇ ਮਾਤਾ ਜੀ ਜਿਸ ਸਮੇਂ ਸੋ ਅਨੇਕਾਂ ਦਿਨ ਦੇ ਥਕੇਵੇਂ ਤੋਂ ਬਾਅਦ ਸਰੀਰ ਨੇ ਕੁਝ ਥਕੇਵਾਂ ਮਹਿਸੂਸ ਕੀਤਾ, ਸੋ ਬੱਚਿਆਂ ਦੋਵਾਂ ਨੂੰ ਨਾਲ ਲੈ ਕਰਕੇ ਸੁਭਾਏਮਾਨ ਹਨ ਇਹਦੇ ਘਰ ਦੇ ਵਿੱਚ। ਉਸ ਸਮੇਂ ਇਹਨੇ ਜਿਹੜਾ ਉਹ ਧਨ ਸੀ ਖੁਰਚੀ ਭਰੀ ਹੋਈ ਉਸ ਨੂੰ ਲਾਂਭੇ ਕੀਤਾ। ਮਾਤਾ ਜੀ ਨੇ ਵੇਖ ਲਿਆ। ਸੋ ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਮਾਤਾ ਜੀ ਨੇ ਸੋ ਦਿਨ ਚੜ੍ਹਦੇ ਨੂੰ ਇਸ ਨੂੰ ਪੁੱਛਿਆ, ਕਹਿਣ ਲੱਗੇ ਗੰਗੂ ਉਹ ਧਨ ਸਾਂਭ ਕੇ ਰੱਖ ਲਿਆ ਸੀ? ਕਹਿਣ ਲੱਗਾ ਮੈਂ ਤੇ ਕੋਈ ਨਹੀਂ ਸਾਂਭਿਆ, ਕੋਈ ਚੋਰ ਲੈ ਗਿਆ ਹੋਵੇਗਾ। ਮਾਤਾ ਜੀ ਨੇ ਬਚਨ ਕੀਤੇ, ਗੰਗੂ ਅਸੀਂ ਤੈਨੂੰ ਆਪ ਵੇਖਿਆ ਸੀ ਖੜਦੇ ਨੂੰ। ਉਸ ਸਮੇਂ ਕਹਿਣ ਲੱਗਾ ਨਾਲੇ ਤੁਹਾਨੂੰ ਘਰ ਰੱਖਾਂ ਤੇ ਨਾਲੇ ਮੈਨੂੰ ਚੋਰ ਬਣਾਉਂਦੇ, ਜੇ ਚੋਰ ਕਰਦੇ ਹੋ ਮੈਨੂੰ ਹੁਣੇ ਲਿਆ ਕਰਕੇ ਛਪਾਈ ਤੇ ਤੁਹਾਨੂੰ ਪਕੜਾ ਦੇਣਾ। ਪਰ ਵੱਡੇ ਮਹਾਂਪੁਰਖਾਂ ਨੇ ਇਹ ਕਥਾ ਸੁਣਾਈ ਹੈ ਕਿ ਮਾਤਾ ਜੀ ਦੇ ਪਾਸ ਆਣ ਕੇ ਕਹਿਣ ਲੱਗਾ ਮਾਤਾ ਜੀ ਜਿਹੜਾ ਧਨ ਸੀ ਉਹ ਕੋਈ ਚੋਰੀ ਚੁੱਕ ਕੇ ਲੈ ਗਿਆ। ਮਾਤਾ ਜੀ ਕਹਿੰਦੇ ਉਹ ਜਾਣੇ। ਸੋ ਉਸ ਸਮੇਂ ਰੌਲਾ ਪਾਉਣ ਲੱਗਾ ਉੱਚੀ ਉੱਚੀ। ਮਾਤਾ ਜੀ ਕਹਿਣ ਲੱਗੇ ਕਿ ਵੇਖ ਗੰਗੂਆ, ਜੇ ਧਨ ਚਾਹੀਦਾ ਵੈਸੇ ਲੈ ਲੈ ਪਰ ਰੌਲਾ ਨਾ ਪਾ। ਉਸ ਸਮੇਂ ਕਹਿਣ ਲੱਗਾ ਜੀ ਜੇ ਮੈਂ ਰੌਲਾ ਨਾ ਪਾਇਆ ਤੇ ਮੈਨੂੰ ਚੋਰ ਬਣਾਵੋਗੇ ਤੁਸੀਂ। ਰੌਲਾ ਪਾ ਕੇ ਲੋਕ ਇਕੱਠੇ ਕੀਤੇ। ਪਿੰਡ ਦਾ ਲੰਬੜਦਾਰ ਉਸ ਨੂੰ ਨਾਲ ਲੈ ਕਰਕੇ ਮਰਿੰਡੇ ਇਹ ਪਹੁੰਚਿਆ ਹੈ। ਉੱਥੋਂ ਜਾਨੀ ਮਾਨੀ ਖਾਂ ਇਹਨਾਂ ਦੋਵਾਂ ਜਿਹੜੇ ਇੱਥੋਂ ਦੇ ਥਾਣੇਦਾਰ ਸਨ ਉਹਨਾਂ ਨੂੰ ਨਾਲ ਲੈ ਕਰਕੇ ਤੇ ਸਾਹਿਬਜ਼ਾਦਿਆਂ ਨੂੰ ਸਮੇਤ ਮਾਤਾ ਜੀ ਦੇ ਗ੍ਰਿਫਤਾਰ ਕਰਵਾਉਣਾ ਕੀਤਾ। ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਸਾਹਿਬਜ਼ਾਦੇ ਸੋ ਮਾਤਾ ਜੀ ਦੇ ਸਮੇਤ ਇਸ ਮਰਿੰਡੇ ਵੱਲ ਨੂੰ ਜਾ ਰਹੇ ਹਨ, ਲੋਕ ਤੱਕ ਕਰਕੇ ਅਨੁਮਾਨ ਲਾਉਂਦੇ ਹਨ। ਕਹਿੰਦੇ ਨੇ ਕਿ ਇਵੇਂ ਉਹ ਸੋਭਾ ਵਿੱਚ ਕਵੀ ਜੀ ਨੇ ਲਿਖਿਆ ਹੈ, ਕੋਈ ਇਹ ਅਨੁਮਾਨ ਲਾਉਂਦਾ ਹੈ ਜਿਵੇਂ ਰਾਮ ਚੰਦਰ ਜੀ ਤੇ ਲక్ష్మణ ਜੀ ਤੁਰੇ ਜਾਂਦੇ ਹੋਣ, ਜਿਵੇਂ ਕੋਈ ਕਹਿੰਦਾ ਨਹੀਂ ਜੀ ਜਿਵੇਂ ਕੋਈ ਬਲਭੱਦਰ ਜੀ ਤੇ ਕ੍ਰਿਸ਼ਨ ਜੀ ਦੀ ਜੋੜੀ ਜਾਂਦੀ ਹੋਵੇ। ਇਸ ਤਰੀਕੇ ਦੇ ਨਾਲ ਅਨੁਮਾਨ ਉਸ ਸਮੇਂ ਲਾਉਂਦੇ ਹਨ ਲੋਕ। ਐਸੀ ਮਨਮੋਹਕ ਸੂਰਤ ਹੈ ਜਿਹੜਾ ਵੀ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦਾ ਹੈ ਉਹਦੇ ਚਿੱਤ ਨੂੰ ਹਰ ਲੈਂਦੀ ਹੈ। ਸੁਭਾਵਕ ਹੀ ਇਹਨਾਂ ਚਰਨਾਂ ਤੇ ਝੁਕ ਜਾਂਦਾ ਹੈ। ਝੁਕਣ ਵੀ ਕਿਉਂ ਨਾ ਭਾਈ। ਜਦੋਂ ਆਪ ਜੀ ਸਾਹਿਬਜ਼ਾਦਿਆਂ ਦਾ ਪਾਵਨ ਇਤਿਹਾਸ ਪੜ੍ਹੋਗੇ ਇਹ ਕੈਸੇ ਹਨ, ਇਹ ਕੌਣ ਮਹਾਂਪੁਰਖ ਹਨ। ਸੋ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਇੱਕ ਕਥਾ ਬੜੀ ਸੁੰਦਰ ਆਉਂਦੀ ਹੈ ਕਿ ਸਤਿਗੁਰੂ ਸਾਹਿਬ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਸ ਸੋ ਰੰਗੇ ਦੇ ਭੇਜੇ ਹੋਏ ਸਿਪਾਹੀ ਪਰਵਾਨਾ ਲੈ ਕਰਕੇ ਆਏ। ਸਤਿਗੁਰੂ ਸਾਹਿਬ ਜੀ ਨੂੰ ਪਰਵਾਨਾ ਭੇਜਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਅਸੀਂ ਤੇਰੇ ਮੱਥੇ ਹੀ ਨਹੀਂ ਲੱਗਣਾ ਚਾਹੁੰਦੇ, ਮਿਲਣਾ ਤੇ ਦੂਰ ਦੀ ਬਾਤ। ਸੋ ਉਸ ਸਮੇਂ ਉਹ ਜਦੋਂ ਪਰਵਾਨਾ ਲੈ ਕਰਕੇ ਆਏ ਤੇ ਜਿਹੜੇ ਪਿੰਡਾਂ ਦੇ ਲੋਕ ਸਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਉਹਨਾਂ ਦੇ ਚਿੱਤ 'ਚ ਡਰ ਜਿਹਾ ਬੈਠ ਗਿਆ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮੇਂ ਪਰਵਾਨਾ ਆਇਆ ਸੀ, ਮਹਾਰਾਜ ਗਏ ਵਾਪਸ ਨਹੀਂ ਆਏ, ਦੀਦਾਰ ਨਹੀਂ ਹੋਏ, ਸ਼ਹਾਦਤ ਦਾ ਜਾਮ ਪੀ ਗਏ, ਹੁਣ ਇਹ ਫਿਰ ਪਰਵਾਨਾ ਲੈ ਕੇ ਆ ਗਏ ਹਨ। ਉਹਨਾਂ ਦੇ ਗਲ ਵਿੱਚ ਜਿਹੜੇ ਬਾਣੇ ਪਾਏ ਸਨ ਨੀਲੇ ਸਨ। ਸਾਹਿਬ ਬਾਬਾ ਫਤਿਹ ਸਿੰਘ ਜੀ ਨੇ ਇਹ ਵੇਖ ਕਰਕੇ ਨੀਲਾ ਬਾਣਾ ਪਾਇਆ, ਦਮਾਲਾ ਬੱਧਾ ਸਿਰ ਤੇ। ਉਹਨਾਂ ਸਿਪਾਹੀਆਂ ਨੂੰ ਵੇਖ ਕਰਕੇ ਸੋ ਵਿੱਚੋਂ ਨਿੱਕਾ ਜਿਹਾ ਫਰਲਾ ਛੱਡ ਕੇ ਤੇ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਆਣ ਕੇ ਸੁਭਾਏਮਾਨ ਹੋ ਗਏ। ਮੋਢੇ ਤੇ ਸਲੋਤਰ ਰੱਖਿਆ ਹੋਇਆ ਸੀ। ਸਤਿਗੁਰੂ ਸਾਹਿਬ ਜੀ ਨੇ ਵੇਖ ਕਰਕੇ ਬਚਨ ਕੀਤੇ, ਕਹਿਣ ਲੱਗੇ ਸੋ ਸਾਰੀ ਸੰਗਤ ਜਿਹਦਾ ਚਿੱਤ ਉਦਾਸ ਜਿਹਾ ਹੋਇਆ ਸੀ ਸਾਰੇ ਚੜ੍ਹਦੀ ਕਲਾ ਦੇ ਸਹਿਤ ਹੋ ਗਏ। ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਲਾਡ ਲਡਾਏ ਆਪਣੇ ਸਾਹਿਬਜ਼ਾਦਾ ਜੀ ਨੂੰ, ਉੱਥੇ ਨਾਲ ਬਚਨ ਕੀਤਾ ਕਿ ਤੁਹਾਡਾ ਵੀ ਪੰਥ ਚੱਲੇਗਾ। ਪਿਆਰਿਆਂ ਦੇ ਵਿੱਚੋਂ, ਪੰਜਾਂ ਪਿਆਰਿਆਂ ਵਿੱਚੋਂ ਬਾਬਾ ਹਿੰਮਤ ਸਿੰਘ ਜੀ ਨੇ ਆਗਾਹ ਹੋ ਕਰਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਲੰਮੇ ਪੈ ਗਏ, ਧੰਨ ਹੋ ਤੁਸੀਂ। ਤਾਈਓ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਦਲ ਪੰਥ ਹੈ, ਜਿਹੜੇ ਮਹਾਰਾਜ ਜੀ ਨੇ ਬਚਨ ਕੀਤੇ ਸਨ, ਤਾਈਓ ਨਿਹੰਗ ਸਿੰਘ ਫੌਜਾਂ ਅੱਜ ਤੱਕ ਵੀ ਅਰਦਾਸ ਕਰਦਿਆਂ ਇਹ ਬਚਨ ਜ਼ਰੂਰ ਕਰਦੀਆਂ ਹਨ ਕਿ ਬਾਬਾ ਫਤਿਹ ਸਿੰਘ ਜੀ ਕੇ ਜਥੇ ਸਿੰਘ, ਤੇ ਨਾਲ ਪਿਆਰੇ ਹਿੰਮਤ ਸਿੰਘ ਜੀ ਦਾ ਨਾਂ ਲੈਂਦੇ ਹਨ, ਭਾਵ ਕਿ ਪਹਿਲੇ ਜਥੇਦਾਰ ਇਸ ਪੰਥ ਦੇ ਬਾਬਾ ਹਿੰਮਤ ਸਿੰਘ ਜੀ ਹਨ। ਬਾਬਾ ਫਤਿਹ ਸਿੰਘ ਜੀ ਤੋਂ ਬਾਅਦ ਉਹਨਾਂ ਤੋਂ ਪੰਥ ਦੀ ਆਰੰਭਤਾ ਹੈ ਇਹ ਅਕਾਲੀ ਪੰਥ ਦੇ, ਤੇ ਪਹਿਲੇ ਜਥੇਦਾਰ ਬਾਬਾ ਹਿੰਮਤ ਸਿੰਘ ਜੀ ਨੂੰ ਮੰਨਦੇ ਨੇ, ਪਿਆਰੇ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ।
ਭਾਈ ਜਿਨ੍ਹਾਂ ਦੇ ਚਰਨਾਂ ਤੇ ਪਿਆਰਿਆਂ ਚੋਂ ਮਹਾਂਪੁਰਖ ਵੀ ਝੁਕਦੇ ਹੋਣ, ਕੌਣ ਹੈ ਸੰਸਾਰ ਦੇ ਉੱਤੇ ਜਿਹੜਾ ਉਹਨਾਂ ਦੇ ਚਰਨਾਂ ਤੇ ਨਾ ਝੁਕ ਸਕਦਾ ਹੋਵੇ। ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਾਹਿਬਜ਼ਾਦੇ ਮਰਿੰਡੇ ਪਹੁੰਚੇ ਹਨ। ਉਸ ਤੋਂ ਅੱਗੇ ਇਹਨਾਂ ਨੂੰ ਨਾਲ ਲੈ ਕਰਕੇ ਇਹੋ ਹੀ ਜਾਨੀ ਮਾਨੀ ਖਾਂ ਇਹ ਸੂਬੇ ਦੀ ਕਚਹਿਰੀ ਦੇ ਵਿੱਚ ਲੈ ਕਰਕੇ ਪਹੁੰਚੇ ਹਨ। ਇਵੇਂ ਕਹਿ ਲਈਏ ਕਿ ਆ ਜਿਹੜੇ ਦਿਹਾੜੇ ਨੇ ਉਹੋ ਹੀ ਇਨ ਬਿਨ ਉਹਨਾਂ ਦਿਹਾੜਿਆਂ ਦੀ ਕਥਾ ਹੀ ਚੱਲ ਰਹੀ। ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਆਏ। ਇਹ ਗੰਗੂ ਨਾਲ ਚੱਲ ਕਰਕੇ ਆਇਆ। ਧਨ ਦਾ ਲਾਲਚੀ ਮਨੁੱਖ ਅਗਾਂਹ ਦੀ ਅਗਾਂਹ ਧਨ ਦਾ ਲਾਲਚ ਵੱਧਦਾ ਹੀ ਜਾਂਦਾ। ਜੋ ਗ੍ਰੰਥਾਂ ਮੁਤਾਬਕ ਕਹਿੰਦੇ ਲੱਖ ਰੁਪਈਏ ਦੇ ਨੇੜੇ ਜਿਹੜਾ ਪਹਿਲਾਂ ਧਨ ਇਹਨੇ ਚਰਾਇਆ ਉਹਦੀ ਕੀਮਤ। ਤੇ ਉਹਨਾਂ ਸਮਿਆਂ 'ਚ ਵੇਖ ਲਓ ਲੱਖ ਰੁਪਈਏ ਦੀ ਕਿੰਨੀ ਕੀਮਤ ਹੋਵੇਗੀ। ਉਹਦੇ ਨਾਲ ਇਸ ਦਾ ਗੁਜ਼ਾਰਾ ਨਹੀਂ ਹੋਇਆ। ਕਹਿਣ ਲੱਗਾ ਜਾਨੀ ਮਾਨੀ ਖਾਂ ਨੂੰ, ਕਹਿੰਦਾ ਵੇਖ ਲਓ ਮੈਂ ਪਕੜਾਏ ਨੇ, ਤੁਸੀਂ ਇਹ ਯਤਨ ਕਰਿਓ, ਮੇਰੀ ਸਿਫਾਰਿਸ਼ ਕਰਿਆ ਜੇ ਤੇ ਮੈਨੂੰ ਹੋਰ ਸੂਬੇਦਾਰ ਜਿਹੜਾ ਵਜ਼ੀਰ ਖਾਂ ਹੈ ਉਹਦੇ ਪਾਸੋਂ ਹੋਰ ਮੈਨੂੰ ਧਨ ਦੌਲਤ ਜ਼ਰੂਰ ਦਵਾਇਆ। ਤੇ ਇਹ ਨਾਲ ਲੈ ਕਰਕੇ ਪਹੁੰਚਿਆ। ਉਧਰ ਕਿਸੇ ਸੂਈਏ ਨੇ ਪਹਿਲਾਂ ਹੀ ਸੂਹ ਪਹੁੰਚਾ ਦਿੱਤੀ ਹੈ ਕਿ ਗੰਗੂ ਨੇ ਜਿਹੜਾ ਗੁਰੂ ਘਰ ਦਾ ਧਨ ਹੈ ਨਾ, ਉਹ ਗੰਗੂ ਦੇ ਪਾਸ ਪਿਆ ਹੋਇਆ, ਇਹਨੇ ਕਿਸੇ ਨੂੰ ਉਹ ਦਿੱਤਾ ਨਹੀਂ, ਇਹ ਨਹੀਂ ਇਹਨੇ ਜਮ੍ਹਾਂ ਕਰਾਇਆ। ਸਾਹਿਬਜ਼ਾਦਿਆਂ ਨੂੰ ਲੈ ਕਰਕੇ ਮਾਤਾ ਜੀ ਨੂੰ ਨਾਲ ਲੈ ਕਰਕੇ ਪਹੁੰਚੇ। ਮਾਤਾ ਜੀ ਸਮੇਤ, ਮਾਤਾ ਗੁਜਰ ਕੌਰ ਜੀ ਸਮੇਤ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਠਹਿਰਾਇਆ ਗਿਆ ਹੈ। ਸੋ ਉਧਰ ਗੰਗੂ ਲੈਣ ਤੇ ਆਇਆ ਹੈ ਇਨਾਮ। ਜਾ ਕਰਕੇ ਉਸ ਸਮੇਂ ਇਨਾਮ ਦੀ ਮੰਗ ਕੀਤੀ। ਉਸ ਸਮੇਂ ਸੂਬਾ ਕਹਿਣ ਲੱਗਾ ਗੰਗੂ ਇਨਾਮ ਤੇ ਬਾਅਦ ਵਿੱਚ ਦੇਵਾਂਗੇ, ਜਿਹੜਾ ਧਨ ਤੂੰ ਲੁੱਟਿਆ ਹੈ ਗੁਰੂ ਘਰ ਦਾ, ਜਿਹੜਾ ਚੁਰਾਇਆ ਹੈ ਪਹਿਲਾਂ ਉਹ ਲਿਆ ਕੇ ਦੇ। ਜੇ ਉਹ ਨਾ ਲਿਆ ਕੇ ਦਿੱਤਾ ਤੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸਿਪਾਹੀ ਨਾਲ ਭੇਜ ਦਿੱਤੇ ਇਹਦੇ। ਜਿੱਥੇ ਧਨ ਦੱਬਿਆ ਸੀ ਉੱਥੋਂ ਪ੍ਰਾਪਤ ਨਹੀਂ ਹੁੰਦਾ। ਕਦੀ ਕਿਤੇੋਂ ਪਟਾਉਂਦਾ ਹੈ, ਕਦੀ ਕਿਤੇੋਂ ਪਟਾਉਂਦਾ ਹੈ, ਧਨ ਲੱਭਦਾ ਨਹੀਂ। ਸਿਪਾਹੀਆਂ ਦੀ ਮਾਰ ਖਾਂਦਾ ਹੀ ਗੰਗੂ ਜਿਹੜਾ ਉਹਦੇ ਸਰੀਰ ਦਾ ਅੰਤ ਹੋਇਆ। ਬਹੁਤੀ ਭੈੜੀ ਮੌਤ ਇਸ ਗੰਗੂ ਨੇ, ਗੁਰੂ ਘਰ ਦੇ ਨਾਲ ਧਰੋ ਕਰਨ ਵਾਲਿਆਂ ਦੀ ਮੌਤ। ਜੇ ਕਿਸੇ ਨੇ ਅਨੁਮਾਨ ਲਾਉਣਾ ਹੋਵੇ ਕਿ ਕਿਹੋ ਜੀ ਗੰਗੂ ਦੀ ਮੌਤ ਹੋਈ ਹੋਵੇਗੀ, ਤੇ ਥੋੜੇ ਦਿਨ ਪਹਿਲਾਂ ਤੁਸੀਂ ਵੇਖ ਹੀ ਲਿਆ ਨਾ ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਦੀ ਮੌਤ ਕਿਸ ਤਰੀਕੇ ਨਾਲ ਹੁੰਦੀ। ਜਿਵੇਂ ਸੰਗਤਾਂ ਨੇ ਚਾਟਾ ਛਕਾ ਕੇ ਮਾਰਿਆ ਨਾ, ਇੱਥੇ ਹੀ ਆਇਆ ਹੋਇਆ ਗੁਰੂ ਘਰ ਦੀ ਬੇਅਦਬੀ ਕਰਨ ਵਾਲਾ ਇਸ ਤਰੀਕੇ ਛਿੱਤਰ ਖਾਂਦਿਆਂ ਭੈੜੀ ਦੁਰਗਤੀ ਦੇ ਸਹਿਤ ਇਸ ਸੰਸਾਰ ਤੋਂ ਗੰਗੂ ਗਿਆ ਹੈ। ਭੈੜੀ ਮੌਤ ਮਰਿਆ ਗੁਰੂ ਘਰ ਤੋਂ ਵੀ ਬੇਮੁਖ ਹੋ ਕਰਕੇ। ਸੋ ਜਿੱਥੇ ਭਾਈ ਸੰਸਾਰ ਤੋਂ ਸਾਰਿਆਂ ਹੀ ਚਲਿਆ ਜਾਣਾ, ਰਹਿਣਾ ਕਿਸੇ ਨੇ ਨਹੀਂ। ਜਿਹੜਾ ਵੀ ਆਇਆ ਹੈ, ਜਿਹਨੇ ਜਨਮ ਧਾਰਨ ਕੀਤਾ, ਜਾਣਾ ਜ਼ਰੂਰ ਹੈ। ਪਰ ਭਾਈ ਸਿਆਣਿਆਂ ਦੀ ਆਮ ਕਹਾਵਤ ਹੈ ਕਿ ਆਪਣਾ ਮਰਨ ਨਾ ਕੋਈ ਵਿਗਾੜੇ। ਜੀਂਦੇ ਜੀ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ, ਪਰ ਕਿਸੇ ਦਾ ਮਰਨ ਨਾ ਵਿਗੜੇ। ਜਿਹੜਾ ਮਰਨ ਵਿਗਾੜ ਕਰਕੇ ਚਲਿਆ ਜਾਵੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਦੋਵਾਂ ਹੀ ਲੋਕਾਂ ਵਿੱਚ ਕਾਲਖ ਹੀ ਮੱਥੇ ਤੇ ਲੱਗਦੀ। ਮੱਥੇ ਤੇ ਕਾਲਖ ਲੈ ਕਰਕੇ ਇਸ ਸੰਸਾਰ ਤੋਂ ਗਿਆ। ਉਧਰ ਅੱਜ ਦਾ ਜਿਹੜਾ ਦਿਹਾੜਾ ਹੈ, ਇਹ ਪਹਿਲੀ ਪੇਸ਼ੀ ਦਾ ਦਿਹਾੜਾ। ਸੋ ਸਾਹਿਬਜ਼ਾਦਿਆਂ ਦੇ ਪਾਸ, ਮਾਤਾ ਜੀ ਦੇ ਪਾਸ ਸਿਪਾਹੀ ਪਹੁੰਚੇ ਨੇ। ਜਾ ਕੇ ਬਚਨ ਕੀਤਾ ਮਾਤਾ ਜੀ ਦੇ ਪਾਸ, ਬੇਨਤੀ ਕੀਤੀ, ਮਾਤਾ ਜੀ ਅਸੀਂ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਇਹ ਵੇਖੋ ਬੜੀਆਂ ਸੁਚੱਜੀਆਂ ਰਾਜਨੀਤਿਕ ਤੌਰ ਤੇ ਇਹ ਚਾਲਾਂ ਹਨ। ਲੋਕ ਚੱਲਦੇ ਨੇ ਪਹਿਲਾਂ ਤੇ ਠੰਡੇ ਬੁਰਜ 'ਚ ਬਿਠਾ ਲੈਣਾ। ਉਸ ਦਾ ਕਾਰਨ ਹੈ ਕਿ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਠੰਡ ਜ਼ਿਆਦਾ ਲੱਗਦੀ। ਮਾਤਾ ਜੀ ਬਜ਼ੁਰਗ ਹਨ ਸਰੀਰ ਕਰਕੇ, ਤੇ ਇਹਨਾਂ ਦੀ ਨਿਗਾਹ ਵਿੱਚ ਤੇ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਬੱਚੇ ਹੀ ਨੇ ਨਾ। ਤੇ ਮਾਤਾ ਜੀ ਨੂੰ ਬਜ਼ੁਰਗ ਮੰਨਦੇ ਨੇ, ਪਰ ਗੁਰੂ ਕੀ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾ ਹੈ। ਮਾਤਾ ਸਾਹਿਬ ਜੀ ਨੂੰ ਉੱਥੇ ਰੱਖਣ ਦਾ ਕਾਰਨ ਹੀ ਇਹੋ ਹੈ ਕਿ ਠੰਡ ਦੇ ਏਡੇ ਵੱਡੇ ਪ੍ਰਕੋਪ ਦੇ ਨਾਲ ਆ ਵੇਖ ਲਓ ਕਿੰਨੀ ਜ਼ਿਆਦਾ ਠੰਡ ਹੈ। ਸੋ ਅੰਦਰ ਬੈਠਿਆਂ ਹੋਇਆਂ ਨੂੰ, ਚੰਗੇ ਗਦੇਲਿਆਂ ਤੇ ਬੈਠੇ ਹੋਇਆਂ ਨੂੰ, ਕੰਬਲਾਂ ਦੇ ਵਿੱਚ ਸੋ ਵੜਿਆਂ ਹੋਇਆਂ ਨੂੰ, ਰਜਾਈਆਂ 'ਚ ਵੜਿਆਂ ਨੂੰ ਫੇਰ ਵੀ ਠੰਡ ਲੱਗੀ ਜਾਂਦੀ, ਫਿਰ ਵੀ ਹੱਥ ਪੈਰ ਸੁੰਨ ਹੋਈ ਜਾਂਦੇ ਨੇ, ਭਾਵੇਂ ਕੋਈ ਬਜ਼ੁਰਗੇ ਤੇ ਭਾਵੇਂ ਕੋਈ ਜਵਾਨ। ਸੋ ਫਿਰ ਠੰਡੇ ਬੁਰਜ ਜਿਹੜਾ ਚਫੇਰਿਓਂ ਹੀ ਖੁੱਲਾ ਹੋਵੇ ਤੇ ਉੱਚੇ ਥਾਂ ਤੇ ਹੋਵੇ, ਉੱਥੇ ਕਿੰਨੀ ਜ਼ਿਆਦਾ ਠੰਡ ਦਾ ਪਹਿਰਾ ਹੋਵੇਗਾ।
ਕਾਰਨ ਕੀ ਸੀ ਕਿ ਇੰਨੀ ਵੱਡੀ ਠੰਡ ਵਿੱਚ ਜਦੋਂ ਰਹਿਣਗੇ, ਅਜਿਹਾ ਕਸ਼ਟ ਝੱਲਣਗੇ, ਤੇ ਮਨੁੱਖ ਅਜਿਹੇ ਕਸ਼ਟ ਤੋਂ ਬਚਣ ਲਈ ਤੇ ਕਹਿ ਹੀ ਦਿੰਦਾ ਕਿ ਇਹਦੇ ਨਾਲੋਂ ਚੰਗਾ ਜੇ ਤੁਸੀਂ ਧਰਮ ਤਬਦੀਲ ਕਰਾਉਣਾ ਚਾਹੁੰਦੇ ਜੇ ਤੇ ਮੈਂ ਕਰਨ ਲਈ ਤਿਆਰ ਹਾਂ। ਪਰ ਧੰਨ ਗੁਰੂ ਕੇ ਸਾਹਿਬਜ਼ਾਦੇ ਮਾਤਾ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ, ਕਹਿਣ ਲੱਗੇ ਜੀ ਸੂਬੇ ਨੇ ਕਚਹਿਰੀ 'ਚ ਬੁਲਾਇਆ। ਮਾਤਾ ਜੀ ਕਹਿੰਦੇ ਕੀ ਕੰਮ ਹੈ? ਕਹਿੰਦੇ ਜੀ ਕੁਝ ਸਮੇਂ ਬਾਅਦ ਤੁਹਾਡੇ ਪਾਸ ਆਣ ਕੇ ਆਪੇ ਦੱਸ ਦੇਣਗੇ, ਕੋਈ ਕੰਮ ਹੋਵੇਗਾ। ਲੈ ਕਰਕੇ ਕਚਹਿਰੀ ਨੂੰ ਜਿਸ ਸਮੇਂ ਚੱਲੇ ਹਨ, ਉਸ ਸਮੇਂ ਅਨੇਕ ਤਰੀਕਿਆਂ ਦੇ ਯਤਨ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤੇ ਕਹਿੰਦੇ ਕਿ ਦਰਵਾਜ਼ਾ ਨਿੱਕਾ ਜੀ ਜਿਹੜੀ ਬਾਰੀ ਸੀ ਨਾ ਇਸ ਕਚਹਿਰੀ ਦੀ, ਉਹੋ ਹੀ ਖੋਲੀ ਹੈ ਕਵਾੜ ਦੇ ਵਿੱਚੋਂ। ਭਾਵ ਜਦੋਂ ਅੰਦਰ ਵੜਨਗੇ ਸਿਰ ਝੁਕ ਜਾਣਗੇ, ਆਖਾਂਗੇ ਤੁਹਾਡੇ ਤੁਸੀਂ ਸਿਰ ਤੇ ਝੁਕਾ ਹੀ ਲਏ ਨੇ, ਹੁਣ ਦੀਨ ਕਬੂਲ ਕਰ ਲਵੋ। ਜਿਸ ਸਮੇਂ ਸੂਬੇ ਦੀ ਕਚਹਿਰੀ 'ਚ ਪਹੁੰਚੇ, ਜਾਂਦਿਆਂ ਹੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਸੁਣਦਿਆਂ ਸਾਰ ਹੀ ਸੂਬਾ ਅੱਗ ਬਬੋਲਾ ਹੋ ਉੱਠਿਆ। ਉਸ ਸਮੇਂ ਕਹਿਣਾ ਕੀਤਾ, ਬੱਚਿਓ ਤੁਹਾਨੂੰ ਪਤਾ ਨਹੀਂ ਇੱਥੇ ਸਲਾਮ ਕਿਹਾ ਜਾਂਦਾ ਹੈ, ਕੋਈ ਵਾਹਿਗੁਰੂ ਜਿਹੜਾ ਸ਼ਬਦ ਹੈ ਸ਼ਰ੍ਹਾ ਦੇ ਅਨੁਸਾਰ ਜਿਹੜਾ ਵਾਹਿਗੁਰੂ ਲਫ਼ਜ਼ ਸੁਣ ਵੀ ਲਵੇ ਨਾ, ਉਹਦੇ ਤੇ ਵੀ ਜਿਹੜਾ ਮੁਸਲਮਾਨ ਵਾਹਿਗੁਰੂ ਲਫ਼ਜ਼ ਸੁਣ ਲੇ ਜ਼ਬਾਨੋਂ ਤੇ ਕੀ ਬੋਲਣਾ ਹੈ। ਕਹਿੰਦਾ ਸ਼ਰ੍ਹਾ ਮੁਤਾਬਕ ਫਤਵਾ ਲਾਇਆ ਗਿਆ ਹੈ, ਉਹਨੂੰ ਵੀ ਸਜ਼ਾ ਦਾ ਅਧਿਕਾਰੀ ਮੰਨਿਆ ਜਾਂਦਾ, ਸਜ਼ਾ ਦਾ ਅਧਿਕਾਰੀ। ਤੁਸੀਂ ਇੱਥੇ ਫਤਿਹ ਨਹੀਂ ਬੁਲਾ ਸਕਦੇ, ਸਲਾਮ ਕਹਿ ਸਕਦੇ ਹੋ। ਬਾਬਾ ਜੋਰਾਵਰ ਸਿੰਘ ਜੀ ਨੇ ਬਚਨ ਕੀਤੇ, ਹੱਸ ਕੇ ਕਹਿਣ ਲੱਗੇ, ਸੂਬਿਆ ਸਾਡੀ ਸਾਰੀ ਵਿਦਿਆਈ ਇਸ ਫਤਿਹ ਤੋਂ ਆਰੰਭ ਹੁੰਦੀ ਹੈ। ਅਸੀਂ ਆਪਣੇ ਪਿਤਾ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਜਿੰਨੀ ਵੀ ਵਿਦਿਆ ਪੜ੍ਹੀ ਹੈ, ਸਾਡੀ ਵਿਦਿਆ ਹੀ ਇਹੋ ਹੈ ਕਿ ਆਰੰਭਤਾ ਤੇ ਵੀ ਇਹ ਵਾਹਿਗੁਰੂ ਕੀ ਫਤਿਹ ਬੁਲਾਉਣੀ ਤੇ ਸਮਾਪਤੀ ਤੇ ਵੀ ਬੁਲਾਉਣੀ। ਸਾਡਾ ਫਤਿਹ ਤੋਂ ਬਿਨਾਂ ਤੇ ਜੀਵਨ ਹੈ ਹੀ ਨਹੀਂ। ਸੂਬਿਆ ਸਾਡਾ ਬਾਪੂ ਤੇ ਇੱਥੋਂ ਤੱਕ ਕਹਿੰਦਾ, ਆਗੇ ਆਵ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਸਾਡੀ ਸਿੱਖਿਆ ਹੀ ਰਹਿਤਨਾਮਿਆਂ 'ਚ ਸਾਨੂੰ ਪੜ੍ਹਾਇਆ ਹੀ ਇਹੋ ਗਿਆ, ਦੂਸਰੀ ਕੋਈ ਸਿੱਖਿਆ ਹੀ ਸਾਡੀ ਨਹੀਂ। ਕਹਿਣ ਲੱਗਾ, ਇਹ ਤੁਹਾਡੇ ਬਾਪੂ ਦਾ ਦਰਬਾਰ ਨਹੀਂ, ਇਹ ਸਾਡੀ ਕਚਹਿਰੀ ਹੈ, ਇੱਥੇ ਤੁਹਾਡੇ ਤੇ ਮੁਕੱਦਮਾ ਚੱਲੇਗਾ। ਅੱਛਾ, ਜੋ ਤੁਸੀਂ ਮੁਕੱਦਮਾ ਚਲਾਉਣਾ ਚਲਾ ਲਓ। ਕਹਿਣ ਲੱਗਾ, ਤੁਸੀਂ ਬਚਾਅ ਹੋ ਸਕਦਾ ਤੁਹਾਡਾ। ਅੱਛਾ ਜੀ, ਉਹ ਕਿਵੇਂ ਬਚਾਅ ਹੋਵੇਗਾ? ਕਹਿੰਦਾ, ਕੱਲਾ ਬਚਾਅ ਨਹੀਂ ਹੋਵੇਗਾ, ਨਾਲ ਮੈਂ ਆਪਣੀਆਂ ਧੀਆਂ ਦੇ ਤੁਹਾਨੂੰ ਡੋਲੇ ਵੀ ਦੇ ਦੇਵਾਂਗਾ। ਜਿਵੇਂ ਮੈਂ ਸੂਬੇਦਾਰ ਬਣਿਆ ਹੋਇਆ ਹਾਂ, ਤੁਸੀਂ ਵੀ ਕਿਸੇ ਇਲਾਕੇ ਦੇ ਨਵਾਬ ਬਣ ਕਰਕੇ ਤੇ ਆਪਣਾ ਰਾਜ ਭਾਗ ਮਾਣਿਆ ਜੇ। ਅਜੇ ਛੋਟੀਆਂ ਛੋਟੀਆਂ ਉਮਰਾਂ ਨੇ ਤੁਹਾਡੀਆਂ, ਤੁਸੀਂ ਯਤਨ ਕਰੋ, ਆਪਣੀ ਜਾਨ ਬਚਾ ਲੈਣਾ ਕਰੋ ਤੇ ਸਲਾਮ ਧਰਮ ਕਬੂਲ ਕਰ ਲਵੋ। ਸੋ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਸੂਬਿਆ ਤੂੰ ਸ਼ਾਇਦ ਭੁੱਲ ਗਿਆ ਹੋਵੇਂਗਾ, ਤੇਰੀ ਯਾਦਾਸ਼ਤ ਥੋੜੀ ਕਮਜ਼ੋਰ ਲੱਗਦੀ ਹੈ ਸਾਨੂੰ, ਤੈਨੂੰ ਚੇਤਾ ਹੋਣਾ ਚਾਹੀਦਾ ਹੈ ਅਸੀਂ ਉਸ ਦਾਦੇ ਦੇ ਪੋਤਰੇ ਹਾਂ। ਸਾਡਾ ਧਰਮ ਤੇ ਤੂੰ ਕੀ ਤਬਦੀਲ ਕਰਾਉਣਾ ਹੈ? ਸਾਡੇ ਬਾਪੂ ਨੇ ਤੇ 11 ਦਾ ਧਰਮ ਨਹੀਂ ਜਾਣ ਦਿੱਤਾ, ਸਾਡਾ ਧਰਮ ਕਿਵੇਂ ਤਬਦੀਲ ਕਰ ਸਕਦਾ ਹੈ? ਅਸੀਂ ਉਸ ਬਾਪੂ ਦੇ ਪੋਤਰੇ ਹਾਂ ਜਿਸ ਨੇ ਤੁਹਾਡੇ ਅਰੰਗੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਜੇ ਮੇਰਾ ਧਰਮ ਤਬਦੀਲ ਕਰਵਾ ਲਵੋ ਤੇ ਜਿਤਨੇ ਹਿੰਦੂ ਨੇ ਇਹ ਜੰਜੂ ਲਾ ਕਰਕੇ, ਬੋਦੀਆਂ ਛੱਡ ਕੇ, ਧੋਤੀਆਂ ਲਾ ਕਰਕੇ, ਤਿਲਕ ਲਾਉਣੇ ਛੱਡ ਕੇ ਤੇ ਇਸਲਾਮ ਧਰਮ ਪ੍ਰਵਾਨ ਕਰ ਲੈਣਗੇ। ਅਸੀਂ ਉਸੇ ਹੀ ਬਾਪੂ ਦੇ ਪੋਤਰੇ ਹਾਂ, ਤੈਨੂੰ ਇਹ ਚੇਤਾ ਹੋਣਾ ਚਾਹੀਦਾ ਹੈ। ਇਹ ਪਹਿਲੇ ਦਿਹਾੜੇ ਦੀ ਕਥਾ ਸਾਹਿਬਜ਼ਾਦਿਆਂ ਦੇ ਨਾਲ ਹੋਈ ਹੈ। ਕਹਿੰਦੇ ਜਿਸ ਸਮੇਂ ਰਸਤੇ ਨੂੰ ਚੱਲੇ ਨੇ ਨਾ, ਉਸ ਸਮੇਂ ਤੁਰੇ ਜਾਂਦਿਆਂ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਦੇ ਤਾਂ ਹੀ ਬਚਨ ਕੀਤੇ ਹਨ ਕਿ ਭਾਈ ਫਤਿਹ ਸਿੰਘ ਜੀ, ਲੱਗਦਾ ਹੈ ਕਿ ਜਿਵੇਂ ਦਾਦਾ ਸਤਿਗੁਰੂ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਲੱਗਦਾ ਹੈ ਅਸਾਂ ਨੂੰ ਵੀ ਉਸੇ ਰਾਹੇ ਜਾਣਾ ਪਵੇਗਾ। ਕਹਿੰਦੇ ਬਾਬਾ ਫਤਿਹ ਸਿੰਘ ਜੀ ਬੜੀ ਪ੍ਰਸੰਨਤਾ ਦੇ ਵਿੱਚ ਆ ਗਏ। ਕਹਿਣ ਲੱਗੇ, ਭਰਾਤਾ ਜੀ ਤੁਸੀਂ, ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਕਿ ਅੱਜ ਸੂਬੇਦਾਰ, ਇਹ ਜਿਹੜਾ ਵਜ਼ੀਰ ਖਾਨ ਸੂਬਾ, ਇਹ ਵੀ ਕਹਿੰਦਾ ਸੀ ਕਿ ਤੁਹਾਡੇ ਵੱਡੇ ਭਰਾਤਾ ਵੀ ਸ਼ਹੀਦ ਹੋ ਗਏ ਨੇ। ਤੇ ਭਰਾਤਾ ਜੀ ਫਿਰ ਆਪਾਂ ਨੂੰ ਚੇਤਾ ਹੋਣਾ ਚਾਹੀਦਾ, ਉਹ ਤੇ ਦਾਦਾ ਸਤਿਗੁਰੂ ਸਾਹਿਬ ਜੀ ਦੀ ਗੋਦੀ 'ਚ ਜਾ ਕੇ ਸੁਭਾਈਮਾਨ ਹੋ ਗਏ। ਆਪਾਂ ਛੋਟੇ ਸਾਂ, ਆਪਾਂ ਪਿੱਛੇ ਰਹਿ ਗਏ। ਕਿੰਨੀ ਖੁਸ਼ੀ ਦੀ ਬਾਤ ਹੈ ਜੇ ਉਹ ਵਰਤਾਰਾ ਵਰਤ ਜਾਵੇ, ਆਪਾਂ ਵੀ ਬਾਪੂ ਸਤਿਗੁਰੂ ਸਾਹਿਬ ਜੀ ਦੀ ਗੋਦੀ ਵਿੱਚ ਜਾ ਕਰਕੇ ਸੁਭਾਈਮਾਨ ਹੋਵਾਂਗੇ, ਭਰਾਵਾਂ ਦੇ ਹਾਣੀ ਹੋ ਕਰਕੇ ਬੈਠ ਜਾਵਾਂਗੇ,
ਭਾਵੇਂ ਆਜੂ ਛੋਟੀ ਹੈ, ਜਿਹੜਾ ਸ਼ਹਾਦਤ ਦਾ ਜਾਮ ਪੀ ਕਰਕੇ ਉਹ ਪਹੁੰਚੇ ਨੇ, ਆਪਾਂ ਫਿਰ ਬਰਾਬਰ ਦੇ ਹੋ ਕੇ ਜਾਵਾਂਗੇ ਨਾ ਇਸ ਸੰਸਾਰ ਤੋਂ। ਅਜਿਹੇ ਬਚਨ ਕਰਦੇ ਆ। ਮਾਤਾ ਜੀ ਦੇ ਪਾਸ ਪਹੁੰਚੇ, ਪੁੱਛਿਆ ਹੈ ਪੁੱਤਰ ਜੀ ਕਿ ਕੀ ਵਰਤਾਰਾ ਵਰਤਿਆ ਕਚਹਿਰੀ ਦੇ ਵਿੱਚ। ਉਸ ਸਮੇਂ ਸਾਰੀ ਕਥਾ ਸੁਣਾਈ। ਮਾਤਾ ਜੀ ਆ ਸਾਨੂੰ ਲਾਲਚ ਦਿੱਤੇ ਜਾਂਦੇ ਸਨ, ਅਸੀਂ ਦੱਸ ਦਿੱਤਾ ਕਿ ਅਸੀਂ ਕੌਣ ਹਾਂ। ਹਾਂ ਪੁੱਤਰ ਜੀ, ਇਹੋ ਹੀ ਚੇਤੇ ਰੱਖਣਾ ਹੈ ਕਿ ਧਰਮ ਜਿਹੜਾ ਹੈ ਉਹਦੀ ਰੱਖਿਆ ਕਰਦਿਆਂ ਹੋਇਆਂ ਜੇ ਕਿਤੇ ਸਿਰ ਵੀ ਦੇਣਾ ਪੈ ਜਾਵੇ ਤੇ ਤੁਸੀਂ ਪਿੱਛੇ ਨਹੀਂ ਹਟ ਸਕਦੇ। ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ। ਤੁਹਾਡੇ ਦਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ। ਤੁਹਾਡੇ ਪੜਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਤੁਹਾਨੂੰ ਐਵੇਂ ਕਹਿਣਾ ਬਣ ਆਉਂਦਾ ਸੀ। ਇਹੋ ਹੀ ਉੱਤਮ ਬਚਨ ਹਨ। ਕਿਸੇ ਵੀ ਤਰੀਕੇ ਦੇ ਨਾਲ ਧਰਮ ਛੱਡਿਆ ਨਹੀਂ ਜਾ ਸਕਦਾ। ਪਿਆਰੇ ਖਾਲਸਾ ਜੀ, ਅੱਜ ਆਪਾਂ ਵੀ ਵਿਚਾਰ ਕਰੀਏ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋਏ, ਸੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਧੰਨ ਸਤਿਗੁਰੂ ਸਾਹਿਬ ਤੇ ਧੰਨ ਗੁਰੂ ਕੇ ਸਾਹਿਬਜ਼ਾਦੇ। ਪਰ ਚੇਤੇ ਕਰੀਏ ਇਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਕਿਉਂ ਹਨ? ਇਹ ਸਾਹਿਬਜ਼ਾਦਿਆਂ ਨੇ ਏਡਾ ਵੱਡਾ ਬਲਿਦਾਨ ਦਿੱਤਾ ਕਿਉਂ ਹੈ? ਕਿੰਨੀ ਕੁ ਆਜੂ ਹੈ? 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਹੈ? ਸੋ ਅਜਿਹੀ ਆਜੂ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਖੁਸ਼ੀ ਕੀ ਹੈ, ਚਿੱਤ 'ਚ ਉਤਸ਼ਾਹ ਕੀ ਹੈ ਕਿ ਅਸੀਂ ਸ਼ਹਾਦਤ ਦਾ ਜਾਮ ਪੀ ਕਰਕੇ ਜਾਵਾਂਗੇ। ਜਿਹੜੀਆਂ ਦਸਤਾਰਾਂ ਇਹ ਮੁਗਲ ਲਹਾਉਣਾ ਚਾਹੁੰਦੇ ਨੇ, ਇਹ ਸਿੱਖਾਂ ਦੇ ਬੱਚੇ ਦੇ ਸਿਰ ਤੇ ਬੱਧੀ ਹੋਵੇਗੀ। ਜਿਹੜੀਆਂ ਚੁੰਨੀਆਂ ਨੂੰ ਇਹ ਪੈਰਾਂ 'ਚ ਰੋਲਣਾ ਚਾਹੁੰਦੇ ਨੇ, ਜਿਹੜੀਆਂ ਧੀਆਂ ਤੇ ਭੈਣਾਂ ਦੀ ਬੇਪੱਤੀ ਕਰਨਾ ਚਾਹੁੰਦੇ ਨੇ, ਐਸਾ ਖਾਲਸਾ ਪੰਥ ਪੈਦਾ ਜੋ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਕਰਾਂਗਾ, ਜਿਹੜਾ ਸਾਰਿਆਂ ਦੀ ਇੱਜ਼ਤ ਦੀ ਬਹਾਲੀ ਕਰੇਗਾ। ਕੀ ਭਾਈ ਅਸੀਂ ਉਹ ਖਾਲਸੇ ਬਣ ਗਏ ਹਾਂ? ਕੀ ਭਾਈ ਅਸੀਂ ਉਹ ਜਿਹੜੀਆਂ ਦਸਤਾਰਾਂ ਨੇ ਉਹ ਸਿਰਾਂ ਤੇ ਸੁਭਾਈਮਾਨ ਕੀਤੀਆਂ ਹਨ? ਜਿਨ੍ਹਾਂ ਦਸਤਾਰਾਂ ਨੂੰ ਸਜਾਉਣ ਵਾਸਤੇ, ਜਿਨ੍ਹਾਂ ਦਸਤਾਰਾਂ ਨੂੰ ਸਾਡੇ ਸਿਰ ਤੇ ਬਣਾਉਣ ਵਾਸਤੇ ਏਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹੋਣ। ਭਾਈ ਕੀ ਉਹ ਚੁੰਨੀਆਂ ਅੱਜ ਸਿਰਾਂ ਤੇ ਸੋਭਾ ਪਾਉਂਦੀਆਂ ਨੇ ਤੇ ਜਾਂ ਗਲਾਂ 'ਚੋਂ ਲੱਥ ਕੇ ਤੇ ਪੈਰਾਂ 'ਚ ਰੁਲਦੀਆਂ ਫਿਰਦੀਆਂ ਨੇ? ਆਪਣੇ ਘਰਾਂ ਵਿੱਚ ਇਹ ਸਾਨੂੰ ਵਿਚਾਰ ਜ਼ਰੂਰ ਕਰਨੀ ਪਵੇਗੀ। ਕੀ ਉਹ ਪੱਗ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰ ਛੱਡ ਕੇ ਕਿਤੇ ਹੋਰ ਥਾਵਾਂ ਤੇ ਰੁਲਦੀ ਤੇ ਨਹੀਂ ਫਿਰਦੀ? ਇਹ ਵਿਚਾਰ ਜ਼ਰੂਰ ਕਰਨੀ ਪਵੇਗੀ। ਭਾਈ ਇੱਕ ਪਾਸੇ ਤੇ ਸਾਡੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵੱਡੀਆਂ ਵੱਡੀਆਂ ਵਜ਼ਾਰਤਾਂ ਨੂੰ ਠੋਕਰ ਮਾਰਦੇ ਨੇ। ਕਹਿੰਦੇ ਪੈਰ ਦੀ ਠੋਕਰ ਨਾਲ ਪਾਸੇ ਕਰਦੇ, ਪੈਰ ਦੀ ਠੋਕਰ ਨਾਲ। ਇਹ ਜਿਹੜੀਆਂ ਵਜ਼ੀਰੀਆਂ ਦੇ, ਇਹ ਜਿਹੜੀਆਂ ਹੁਕਮਰਾਨੀਆਂ ਦੇ ਤੁਸੀਂ ਲਾਲਚ ਦਿੰਦੇ ਜੇ, ਇਹ ਸਾਨੂੰ ਕਦਾਚਿਤ ਪ੍ਰਵਾਨ ਨਹੀਂ। ਤੇ ਕਿੱਥੇ ਸਿੱਖ ਨਿੱਕਿਆਂ ਵਜ਼ੀਰਾਂ ਦੀਆਂ ਚਪਲੀਆਂ ਝਾੜਦਾ ਫਿਰਦਾ ਹੋਵੇ? ਭਾਈ ਵਿਚਾਰ ਕਰਨ ਦੀ ਜ਼ਰੂਰਤ ਹੈ। ਇਹ ਦਿਹਾੜੇ ਮਨਾਏ ਤਾਂ ਸਫਲੇ ਨੇ। ਇਹਨਾਂ ਦਿਹਾੜਿਆਂ ਦੇ ਵਿੱਚ ਗੁਰੂ ਕੀ ਸੰਗਤ ਕਰਨ ਦਾ ਮਹਾਤਮ ਤਾਂ ਹੈ ਜੇ ਇਹ ਚੇਤੇ ਹੋਵੇ ਕਿ ਅਸੀਂ ਕਿੰਨਾਂ ਦੇ ਵਾਰਸ ਹਾਂ। ਜੇ ਇਹ ਚੇਤਾ ਹੀ ਭੁੱਲ ਗਿਆ, ਜੇ ਇਹ ਚੇਤਾ ਹੀ ਨਾ ਆਇਆ ਕਿ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਸਾਨੂੰ ਸਿੱਖਿਆ ਕੀ ਦੇ ਕੇ ਗਏ ਨੇ? ਉੱਤਮ ਤੋਂ ਉੱਤਮ ਸਿੱਖਿਆ ਇਹ ਹੈ, ਸਿੱਖਾ ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਤੇਰਾ ਜੀਵਨ ਤੇ ਨਾਸ ਹੋ ਸਕਦਾ ਹੈ ਪਰ ਤੂੰ ਧਰਮ ਤੋਂ ਹੀਣਾ ਨਹੀਂ ਹੋ ਸਕਦਾ। ਜੇ ਧਰਮੀ ਹੈ ਤੇ ਤਾਂ ਹੀ ਸਿੱਖ ਹੈ, ਕਿਉਂਕਿ ਕਲਗੀਆਂ ਵਾਲੇ ਬਾਪੂ ਦੀ ਸਿੱਖਿਆ ਹੀ ਇਹੋ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਕਰਦਾ, ਮੈਂ ਜਾਣਦਾ ਹੀ ਨਹੀਂ ਇਹ ਹੈ ਕੌਣ ਨੇ। ਇਸ ਕਰਕੇ ਭਾਈ ਸਾਨੂੰ ਵੀ ਇਹ ਵਿਚਾਰ ਕਰਨੀ ਜ਼ਰੂਰੀ ਹੈ। ਇਹ ਅੱਜ ਦੀ ਦਿਹਾੜੇ ਦੀ ਵਾਰਤਾ ਸੀ। ਅੱਜ ਦਿਹਾੜੇ ਰਾਤ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਵੀ ਆਣ ਕਰਕੇ ਦੁੱਧ ਦੀ ਸੇਵਾ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ। ਉਹ ਵੀ ਵੱਡਾ ਗੁਰੂ ਕਾ ਸਿੱਖ ਹੋਇਆ ਹੈ ਜਿਸ ਨੇ ਭਾਈ ਸਾਰੀ ਬਖਸ਼ਿਸ਼ ਦਾ ਖਜ਼ਾਨਾ ਇਹ ਸੇਵਾ ਵਿੱਚੋਂ ਲੁੱਟਣਾ ਹੈ। ਜਿਵੇਂ ਅੱਗੇ ਵਾਰਤਾ ਹੋਈ ਹੈ ਉਹ ਅਗਲੇ ਦਿਹਾੜਿਆਂ ਵਿੱਚ ਆਪ ਜੀ ਸਰਵਣ ਕਰੋਗੇ। ਹੁਣ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ, ਕਿਉਂਕਿ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਅੱਜ ਹੁਕਮਨਾਮਾ ਸਾਹਿਬ ਵੀ ਅਸ਼ਟਪਦੀਆਂ ਵਿੱਚੋਂ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਹੈ। ਦਿਆਲਤਾ ਕੀਤੀ ਹੈ ਪੰਜਵੇਂ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਇਹ ਰਹਿਮਤ ਕੀਤੀ ਹੈ।
ਆਓ ਜੋ ਕਿਰਪਾਲੂ ਜੀ ਬਖਸ਼ਿਸ਼ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਪਹਿਲਾ, ਅਸ਼ਟਪਦੀਆ। ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰਤਾਲ ਦੇ ਵਿੱਚ 8 ਪਦਿਆਂ ਵਾਲਾ 8 ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ। ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਉਹਦੇ ਗੁਣ ਕੀ ਨੇ, ਜਿਹੜੇ ਉਹਦੀ ਸਿਮਰਨ ਭਗਤੀ ਕਰਦੇ ਨੇ ਉਹਨਾਂ ਤੇ ਬਖਸ਼ਿਸ਼ ਕੀ ਹੁੰਦੀ ਹੈ। ਮਹਾਰਾਜ ਉਹਦੀ ਭਗਤੀ ਕੀਤੀ ਕਿਸ ਤਰੀਕੇ ਨਾਲ ਜਾ ਸਕਦੀ। 3 ਸਵਾਲ। ਮਹਾਰਾਜ ਉਹ ਕੈਸਾ ਹੈ, ਉਹਦੀ ਭਗਤੀ ਕਰਨ ਦਾ ਤਰੀਕਾ ਕੀ ਹੈ, ਤੇ ਉਹ ਭਗਤਾਂ ਤੇ ਬਖਸ਼ਿਸ਼ ਕੀ ਕਰਦਾ ਹੈ। ਆਪ ਜੀ ਕਿਰਪਾ ਕਰਕੇ ਰਹਿਮਤ ਕਰੋ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕੋ ਅਦਵੈਤ ਬ੍ਰਹਮ ਓੰਕਾਰ, ਜੋ ਸਾਰਿਆਂ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਹੈ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਜੋ ਮਿਲਦਾ ਹੈ। ਜੇ ਪੂਰੇ ਗੁਰਾਂ ਦੀ ਕਿਰਪਾ ਨਾ ਹੋਵੇ ਤੇ ਉਹਦਾ ਮਿਲਾਪ ਹੋ ਹੀ ਨਹੀਂ ਸਕਦਾ। ਇੱਕ ਵਿਸ਼ੇਸ਼ ਬੇਨਤੀ ਹੈ ਸਿੱਖੋ, ਹੱਥ ਜੋੜ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਕਰਦਾ ਹਾਂ। ਆ ਮੁਫਤ ਦੀਆਂ ਟੌਫੀਆਂ ਅੱਜ ਕੱਲ੍ਹ ਤੁਹਾਨੂੰ ਬੜੀਆਂ ਮਿਲਣੀਆਂ, ਉਹ ਖਾਣ ਤੋਂ ਪਹਿਲਾਂ ਚੇਤੇ ਜ਼ਰੂਰ ਰੱਖਿਓ, ਬੱਚਿਆਂ ਨੂੰ ਦੱਸਿਓ ਜ਼ਰੂਰ ਜੇ ਕਿ ਪੁੱਤ ਇਹ ਟੌਫੀਆਂ ਵੰਡਣ ਵਾਲੇ ਆਪਣੇ ਨਹੀਂ। ਅਸੀਂ ਨਹੀਂ ਜਾਣਦੇ ਕੌਣ ਕਿੱਥੇ ਜੰਮਿਆ ਤੇ ਕਿੱਥੇ ਮਰ ਗਿਆ। ਸਾਨੂੰ ਇਹ ਪਤਾ ਹੈ ਕਿ ਇਹ ਸਾਡੇ ਬਾਬਿਆਂ ਦੇ ਦਿਹਾੜੇ ਚੱਲਦੇ ਨੇ, ਆਉਣੇ ਨੇ ਤੁਹਾਡੇ ਘਰੋਂ ਘਰੇ ਟੋਪੀਆਂ ਪਾ ਕੇ ਟੌਫੀਆਂ ਵੰਡਦੇ ਫਿਰਨਗੇ। ਸਿੱਖ ਟੌਫੀ ਦੇ ਲਾਲਚ ਨਹੀਂ ਆਉਂਦਾ। ਇਹ ਚੇਤੇ ਰੱਖਿਓ, ਜਿਹੜੇ ਨਵਾਬੀਆਂ ਨੂੰ ਠੋਕਰ ਮਾਰਦੇ ਹੋਣ ਉਹ ਟੌਫੀਆਂ ਤੇ ਨਹੀਂ ਵਿਕ ਸਕਦੇ, ਤੇ ਜਿਹੜੇ ਇਹਨਾਂ ਤੇ ਡਿੱਗ ਜਾਣ ਉਹਨਾਂ ਨੂੰ ਸਿੱਖ ਕਿਹਾ ਵੀ ਕਿਸ ਤਰੀਕੇ ਨਾਲ ਜਾ ਸਕਦਾ ਹੈ। ਇਹ ਚਿੱਤ 'ਚ ਆ ਗਿਆ ਵਿਚਾਰ, ਇਹ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਜੇ। ਗੁਰਦੇਵ ਕਿਰਪਾ ਕਰ ਰਹੇ ਨੇ ਜੋ, ਆਓ ਮਹਾਰਾਜ ਜੀ ਬਖਸ਼ਿਸ਼ ਕਰਕੇ ਦੱਸੋ ਕਿਵੇਂ ਪ੍ਰਾਪਤੀ ਹੋ ਸਕਦੀ ਹਨ। ਦੱਸਦੇ ਹਨ, ਸਭ ਜਗ ਜਿਨ ਹੈ ਉਪਾਇਆ ਭਾਈ। ਭਾਈ ਪਹਿਲੇ ਸਵਾਲ ਦਾ ਜਵਾਬ ਉਹ ਕੈਸਾ ਹੈ। ਭਾਈ ਇਹ ਜਿੰਨਾ ਜਗਤ ਹੈ ਨਾ ਪਰਮੇਸ਼ਰ ਵਾਹਿਗੁਰੂ ਦਾ ਪੈਦਾ ਕੀਤਾ, ਉਪਾਇਆ ਹੋਇਆ। ਭਾਈ ਭਰਾ ਕਹਿ ਕਰਕੇ ਪ੍ਰੇਮ ਦੇ ਨਾਲ ਸਮਝਾ ਰਹੇ ਹਨ। ਕਾਰਨ ਕਾਰਨ ਸਮਰੱਥ, ਸਾਰੇ ਕਾਰਨਾਂ ਨੂੰ ਕਰਨ ਵਾਲਾ। ਜਿੰਨੇ ਕਾਰਨ ਹਨ ਇਹ ਸਰੀਰ, ਇਸ ਜਗਤ ਨੂੰ ਪੈਦਾ ਕਰਨ ਵਾਲੇ 5 ਤੱਤਾਂ ਦੁਆਰਾ ਇਹ ਧਰਤੀ, ਇਹ ਸ੍ਰਿਸ਼ਟੀ, ਇਹ ਜਿੰਨੇ ਜੀਵ ਜੰਤੂ ਪੈਦਾ ਕੀਤੇ ਹਨ, ਇਹਨਾਂ 5 ਤੱਤਾਂ ਨੂੰ, ਇਹਨਾਂ ਕਾਰਨਾਂ ਨੂੰ ਕਾਰਨ ਸਮਰੱਥ। ਜਿਹੜੇ ਇਹ ਕਾਰਨ ਨੇ ਨਾ ਇਹ ਸ੍ਰਿਸ਼ਟੀ ਦੇ ਪੈਦਾ ਹੋਣ ਦੇ, ਉਹਨਾਂ ਨੂੰ ਵੀ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ, ਉਹਦੀ ਸਮਰੱਥਾ ਹੈ। ਇਹ ਉਹਦਾ ਵੱਡਾ ਪੁਣਾ ਹੈ ਜੀ। ਜੀਓ ਪਿੰਡ ਜਿਨ ਸਾਜਿਆ ਭਾਈ। ਕਹਿੰਦੇ ਜੀ ਜਿੰਨੇ ਇਹ ਜੀਓ ਸਰੀਰ, ਸੋ ਪਿੰਡ ਸਰੀਰ ਜਿਹੜਾ ਜੀਓ ਚੇਤਨ ਸੱਤਾ ਪਾ ਕਰਕੇ ਸਾਜਣਾ ਕੀਤਾ ਹੈ ਜੀ। ਦੇ ਕਰ ਆਪਣੀ ਵੱਥ, ਆਪਣੇ ਪਾਸੋਂ ਸਵਾਸਾਂ ਰੂਪੀ ਪੂੰਜੀ ਬਖਸ਼ ਕਰਕੇ। ਵੇਖ ਉਹ ਪਰਮੇਸ਼ਰ ਕਿੱਡਾ ਵੱਡਾ ਕਲਾਕਾਰ ਹੋਵੇਗਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਜੇ ਕੋਈ ਪੁੱਛੇ ਰੱਬ ਦੀ ਕਲਾਕਾਰੀ ਕੀ ਹੈ, ਕੀ ਸ਼ਕਤੀ ਹੈ, ਭਾਈ ਗੰਦੇ ਪਾਣੀ ਤੇ ਗੰਦੀ ਰਕਤ ਮਿੱਝ ਨੂੰ ਲੈ ਕਰਕੇ ਤੇਰਾ ਸਰੀਰ ਰਚ ਦਿੱਤਾ। ਜੇ ਸਰੀਰ ਨੂੰ ਸਵਾਰਨ ਵਾਸਤੇ ਘੰਟਿਆਂ ਬੱਧੀ ਸ਼ੀਸ਼ੇ ਦੇ ਸਾਹਮਣੇ ਬੈਠਾ ਰਹਿਣਾ, ਜਿਹੜਾ ਮੂੰਹ ਸਵਾਰਦਾ ਰਹਿਣਾ ਨਾ, ਯਤਨ ਕਰਦਾ ਏ। ਜੇ ਪੁੱਛਿਆ ਕਿਸੇ ਨੇ ਕੀ ਗੱਲ ਫਲਾਣਾ ਸਿਆ ਅੱਜ ਬੜਾ ਸਮਾਂ ਲੱਗ ਗਿਆ, ਭਾਊ ਕੀ ਦੱਸਾਂ, ਆ ਮੇਰੇ ਮੂੰਹ ਤੇ ਦਾਗ ਜਿਹਾ ਲੱਗ ਗਿਆ ਸੀ ਤੇ ਬੜਾ ਔਖਾ ਲਾ ਕੇ ਆਇਆ, ਬੜਾ ਔਖਾ। ਜਿਹੜੇ ਸੋਹਣੇ ਮੂੰਹ ਤੋਂ ਦਾਗ ਲਾਉਂਦਾ ਫਿਰਦਾ ਨਾ, ਚੇਤੇ ਰੱਖੀ ਇਹ ਰੱਬ ਦੀ ਕਲਾਕਾਰੀ। ਗੰਦੀ ਸਮਗਰੀ ਇਕੱਠੀ ਕਰਕੇ ਤੇ ਉਹਨੇ ਇਹੋ ਜਿਹਾ ਢਾਂਚਾ ਖੜਾ ਕਰ ਦਿੱਤਾ, ਇਹ ਉਹਦੀ ਸ਼ਕਤੀ ਹੈ। ਆਪਣੀ ਵੱਥ ਦੇ ਕਰਕੇ, ਆਪਣੇ ਪਾਸੋਂ ਸਵਾਸਾ ਰੂਪੀ ਪੂੰਜੀ ਦੇ ਕਰਕੇ ਇਸ ਨੂੰ ਨਵਾਜਣਾ ਕੀਤਾ ਹੈ। ਕਿਨ ਕਹੀਐ ਕਿਉਂ ਦੇਖੀਐ ਭਾਈ। ਮਹਾਰਾਜ ਫਿਰ ਉਹ ਆਪ ਤੇ ਬੜਾ ਸੋਹਣਾ ਹੋਵੇਗਾ। ਉਹਦੀ ਸੂਰਤ ਬਾਬਤ ਕੁਝ ਕਹਿ ਕੇ ਦੱਸੋ। ਗੁਰਦੇਵ ਕਹਿੰਦੇ ਕਿਨ ਕਹੀਏ ਕਿਉਂ ਦੇਖੀਏ ਭਾਈ। ਭਾਈ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਬਿਨਾਂ ਉਹ ਦੇਖਿਆ ਨਹੀਂ ਜਾਂਦਾ, ਉਹ ਕਿਹਾ ਨਹੀਂ ਜਾ ਸਕਦਾ। ਉਹਨੂੰ ਤੇ ਨੇਤ ਨੇਤ ਸਭ ਕੋ ਕਹੈ। ਸਾਰੇ ਨਮਸਕਾਰ ਨਮਸਕਾਰ ਵੱਡਾ ਵੱਡਾ ਕਰਕੇ ਕਹਿੰਦੇ ਹਨ। ਉਹਨੂੰ ਕਹਿਣ ਵਾਸਤੇ ਤੇਜਾਬ ਸਾਹਿਬ ਦੀ ਆਰੰਭਤਾ ਤੇ ਕਹਿ ਹੀ ਦਿੱਤਾ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ,
ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ। ਕੋਈ ਨਹੀਂ ਕਹਿ ਸਕਦਾ ਉਹ ਕਿਹੋ ਜਿਹਾ ਹੈ ਜੀ। ਕਰਤਾ ਏਕ ਅਕਥ, ਭਾਈ ਇੱਕ ਕਰਤਾ ਅਕਾਲ ਪੁਰਖ ਵਾਹਿਗੁਰੂ ਅਕਥ ਹੈ, ਕਥਨ ਤੋਂ ਰਹਿਤ ਹੈ। ਹੁਣ ਤੇ ਮੇਰੇ ਵਰਗਾ ਕਹਿੰਦਾ ਜੀ ਮੈਂ ਦਰਬਾਰ ਸਾਹਿਬ ਕਥਾ ਕਰਕੇ ਆਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਥਾ ਤੇ ਉਹਦੀ ਕਰੇਗਾ ਨਾ ਜਿਹੜਾ ਕਥਾ ਦੇ ਵਿੱਚ ਹੋਵੇਗਾ, ਉਹ ਤੇ ਅਕਥ ਹੈ, ਕੋਈ ਕਹਿ ਹੀ ਨਹੀਂ ਸਕਦਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਅਕਥ ਹੈ। ਕੋਈ ਜਿਤਨੀਆਂ ਸੰਸਾਰ ਦੀਆਂ ਜ਼ਬਾਨਾਂ ਹਨ ਸਾਰੀਆਂ ਮਿਲ ਕਰਕੇ ਵੀ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਹਿਣ ਲੱਗਣ, ਕੋਈ ਕਹਿ ਨਹੀਂ ਸਕਦਾ ਜੀ। ਕੋਈ ਕਿਸੇ ਤਰੀਕੇ ਦੇ ਨਾਲ ਉਸ ਦੇ ਗੁਣ ਕਿੱਡੇ ਕੁ ਮਹਾਨ ਹਨ, ਕੀ ਕਿਹਾ ਜਾ ਸਕਦਾ ਹੈ। ਅਕਥ ਹੈ ਜੀ ਉਹ। ਗੁਰ ਗੋਬਿੰਦ ਸਲਾਹੀਐ ਭਾਈ, ਇਸ ਕਰਕੇ ਕਹਿੰਦੇ ਗੋ ਨਾਮ ਪ੍ਰਿਥਵੀ ਦਾ, ਵਿੰਦ ਉਹਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਨੂੰ ਸਲਾਹਣਾ ਕਰੋ। ਜਿਸ ਤੇ ਜਾਪੈ ਤਥ, ਮਹਾਰਾਜ ਕੀ ਮਿਲੇਗਾ ਭਲਾ ਭਗਤੀ ਕਰਨ ਤੋਂ? ਕੀ ਮਿਲ ਜਾਵੇਗਾ? ਕਹਿੰਦੇ ਜਿਹਦੀ ਭਗਤੀ ਕਰਨੇ ਤੇ ਤਤ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਤਤ ਗਿਆਨ ਹੈ ਕੀ ਜੀ? ਇਹਨੂੰ ਬੜੇ ਸੌਖੇ ਤਰੀਕੇ ਦੇ ਨਾਲ ਮਹਾਂਪੁਰਖਾਂ ਨੇ ਸਮਝਾਇਆ। ਕਹਿੰਦੇ ਜਿਵੇਂ ਦੁੱਧ 'ਚ ਮੱਖੀ ਪਈ ਹੋਵੇ ਤੇ ਸਿਆਣਾ ਪੁਰਖ ਮੱਖੀ ਪਾਸੇ ਕਰਕੇ ਤੇ ਦੁੱਧ ਪੀ ਲੈਂਦਾ। ਉਹ ਮੱਖੀ ਨੂੰ ਵੇਖ ਕੇ ਝੂਰਦਾ ਨਹੀਂ ਰਹਿੰਦਾ ਕਿ ਮੱਖੀ ਪਈ ਹੋਈ ਹੈ, ਦੁੱਧ ਮੈਂ ਪੀਵਾਂ ਚਾਹੇ ਨਾ ਪੀਵਾਂ। ਉਹ ਮੱਖੀ ਚੁੱਕ ਕੇ ਬਾਹਰ ਮਾਰੀ ਤੇ ਤਤ ਕੀ ਸੀ? ਦੁੱਧ ਪੀਣਾ। ਤੇ ਦੁੱਧ ਚੋਂ ਕੀ ਪ੍ਰਾਪਤ ਹੋਣਾ ਹੈ? ਜਿਹਨੂੰ ਅਜੋਕੇ ਸਮੇਂ 'ਚ ਆਪਾਂ ਕਹਿ ਦਿੰਦੇ ਜੀ ਪ੍ਰੋਟੀਨ ਮਿਲਦੇ ਨੇ ਸਾਨੂੰ। ਸੋ ਉਹ ਪ੍ਰੋਟੀਨ ਕਿਵੇਂ? ਜਿਹਨੇ ਹੋਰ ਉਸ ਦਾ ਤਤ ਗਿਆਨ ਪ੍ਰਾਪਤ ਕਰਨਾ ਸੀ, ਉਹਨੇ ਜਾਗ ਲਾ ਕੇ ਦਹੀਂ ਜਮਾਇਆ ਤੇ ਦਹੀਂ ਨੂੰ ਰਿੜਕ ਕੇ ਮੱਖਣ ਕੱਢ ਲਿਆ। ਮੱਖਣ ਨੂੰ ਅਗਣੀ ਤੇ ਰੱਖ ਕਰਕੇ ਸਾੜਿਆ, ਉਹਦੇ ਚੋਂ ਘਿਓ ਐਸੀ ਵਸਤੂ ਪ੍ਰਾਪਤ ਹੋ ਗਈ ਜਿਹੜੀ ਕਦੀ ਵਾਸਤੇ ਖਰਾਬ ਹੋ ਹੀ ਨਹੀਂ ਸਕਦੀ ਤੇ ਸਰੀਰ ਨੂੰ ਸੋ ਭਾਈ ਸ਼ੁਭ ਗੁਣ ਜਿਹੜੇ ਬਿਮਾਰੀਆਂ ਤੋਂ ਮੁਕਤ ਕਰਨ ਵਾਲੀ। ਇਸੇ ਤਰੀਕੇ ਦੇ ਨਾਲ ਭਾਈ ਜਦੋਂ ਗੁਰੂ ਕੀ ਸੰਗਤ ਵੱਲ ਨੂੰ ਤੁਰਿਆ ਸੀ, ਉਦੋਂ ਇਹ ਨਹੀਂ ਸੀ ਪਤਾ ਕਿ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਹੀ ਬੈਠਾ ਹੋਇਆ। ਉਦੋਂ ਤੇ ਵਕਾਰਾਂ ਰੂਪੀ ਮੱਖੀ, ਮਾਇਆ ਰੂਪੀ ਮੱਖੀ ਭਰਮਾਈ ਫਿਰਦੀ ਸੀ ਨਾ, ਮਾਇਆ ਰੂਪੀ ਮੱਖੀ। ਇਹ ਤੇ ਸੰਗਤ ਵਿੱਚ ਆਣ ਕੇ ਪਤਾ ਲੱਗਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਹਾਰਾਜ ਇਹ ਮਾਣੀ ਜੋਤ ਸਰੂਪ ਹੈ ਤੇ ਮੈਨੂੰ ਤੇ ਪਤਾ ਲੱਗਾ ਸੀ ਮਨ ਦਾ ਪਵਾੜਾ ਸਾਰਾ। ਕਹਿੰਦੇ ਮਾਇਆ ਰੂਪੀ ਜਿਹੜੀ ਮੱਖੀ ਬੈਠੀ, ਚੁੱਕ ਕੇ ਪਾਸੇ ਮਾਰ। ਜਦੋਂ ਪਾਸੇ ਮਾਰੀ ਤੇ ਪਤਾ ਲੱਗ ਗਿਆ ਇਹੋ ਹੀ ਬਾਤ ਸਹੀ ਹੈ। ਅੱਛਾ ਜੀ ਹੁਣ ਕੀ ਕਰਾਂ? ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਆਖਿਆ, ਕਹਿਣ ਲੱਗੇ ਦੂਧ ਕਰਮ ਫੁਣ ਸੁਰਤ ਸਮਾਇਣ, ਹੋਏ ਨਿਰਾਸ ਜਮਾਓ। ਕਹਿੰਦੇ ਦੁੱਧ ਰੂਪੀ ਕਰਮ ਕਰ ਚੰਗੇ ਉਜਲੇ, ਤੇ ਜਿਹੜੀ ਸੁਰਤੀ ਹੈ ਇਹਨੂੰ ਸਮਾਇਣ, ਜਿਹੜੀ ਸੁਰਤੀ ਲਾ ਕੇ ਜਾਪ ਕਰਨਾ ਨਾ, ਇਹ ਜਾਗ ਲਾਉਣੀ ਜਾਗ। ਤੇ ਮਹਾਰਾਜ ਠੰਡ ਦੇ ਦਿਨ ਚੱਲਦੇ ਨੇ ਤੇ ਠੰਡ ਦੇ ਦਿਨਾਂ ਦੇ ਵਿੱਚ ਮੇਰੀ ਮਾਈ ਜਦੋਂ ਜਾਗ ਲਾਉਂਦੀ ਨਾ ਬੇਬੇ ਮੇਰੀ ਦੁੱਧ ਨੂੰ, ਤੇ ਜਿਹੜੇ ਭਾਂਡੇ 'ਚ ਪਾਇਆ ਹੁੰਦਾ ਉਹਦੇ ਦੁਆਲੇ ਚਾਦਰ ਜੀ ਵਲੇਟ ਦਿੰਦੀ, ਚਾਦਰ ਜੀ ਕਿ ਇਹ ਨਿੱਘਾ ਰਵੇ। ਉਹਦਾ ਕਾਰਨ ਕੀ? ਕਹਿਣ ਲੱਗੇ ਉਹਦਾ ਕਾਰਨ ਹੈ ਕਿ ਨਿਰਾਸ਼ ਹੋ ਜਾ, ਨਿਰਾਸ਼। ਅੱਛਾ ਜੀ ਨਿਰਾਸ਼ ਹੋਣਾ? ਕਹਿੰਦੇ ਇਹ ਕੱਪੜਾ ਵਲੇਟਣਾ ਹੈ ਦੁਆਲੇ। ਕੱਪੜਾ ਕਿਵੇਂ ਜੀ? ਜਿਵੇਂ ਮਾਤਾ ਨੇ ਕੱਪੜਾ ਵਲੇਟਿਆ ਕਿ ਬਾਹਰ ਦੀ ਠੰਡ ਨਾ ਲੱਗੇ। ਆ ਜਿਹੜੇ ਬਾਹਰੀ ਤੁਰੇ ਫਿਰਦੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵੱਲੋਂ ਨਿਰਾਸ਼ ਹੋ ਜਾਣਾ, ਇਹੋ ਹੀ ਸ੍ਰੇਸ਼ਟ ਕੱਪੜਾ ਤਾਨਣਾ, ਇਹੋ ਸ੍ਰੇਸ਼ਟ। ਕਹਿੰਦੇ ਫਿਰ ਜੰਮ ਜਾਵੇਗਾ। ਜਦੋਂ ਜੰਮਿਆ ਫਿਰ ਸਾਧ ਸੰਗਤ ਰੂਪੀ ਘਰ ਵਿੱਚ ਆਣ ਕਰਕੇ ਇੱਥੋਂ ਨਾਮ ਰੂਪੀ ਜਲ ਪ੍ਰਾਪਤ ਕਰਕੇ ਭਾਈ ਸਾਧਨਾ ਰੂਪੀ ਰੇੜਕਾ ਪਾ ਕੇ ਰਿੜਕੀ, ਤੈਨੂੰ ਫਿਰ ਇੱਥੋਂ ਵਰਾਗ ਰੂਪੀ ਮੱਖਣ ਪ੍ਰਾਪਤ ਹੋ ਜਾਵੇਗਾ। ਜਦੋਂ ਵਰਾਗ ਰੂਪੀ ਮੱਖਣ ਪ੍ਰਾਪਤ ਹੋ ਗਿਆ, ਇਹਨੂੰ ਹਿਰਦੇ ਰੂਪੀ ਭਾਂਡੇ 'ਚ ਪਾ ਕਰਕੇ ਭਗਤੀ ਰੂਪੀ ਅਗਣੀ ਜਾਲੀ, ਵਕਾਰਾਂ ਦੀਆਂ ਲੱਕੜਾਂ ਨੂੰ ਪਾ ਕਰਕੇ ਉਹ ਜਦੋਂ ਭਗਤੀ ਰੂਪੀ ਅਗਣੀ ਬਲੇਗੀ ਨਾ, ਫਿਰ ਗਿਆਨ ਰੂਪੀ ਘਿਓ ਪ੍ਰਾਪਤ ਹੋ ਜਾਵੇਗਾ ਤੇ ਜਿਹਦੇ ਨਾਲ ਮੁਕਤੀ ਦਾ ਰਸਤਾ, ਇਹ ਸਰੀਰ ਦੀ ਬਲਵਾਨਤਾ ਬਣ ਜਾਵੇਗੀ। ਇਹ ਤੱਥ ਜਿਹੜਾ ਨਾ ਮਹਾਰਾਜ ਕਹਿੰਦੇ ਜਪਣਾ ਕਰ, ਇਹਨੂੰ ਜਪਣੇ ਤੇ ਹੀ ਇਹ ਤਤ ਗਿਆਨ ਦੀ ਪ੍ਰਾਪਤੀ ਹੋਵੇਗੀ। ਮੇਰੇ ਮਨ ਜਪੀਐ ਹਰ ਭਗਵੰਤਾ। ਇਸ ਕਰਕੇ ਕਹਿੰਦੇ ਮਨ ਨੂੰ ਉਪਦੇਸ਼ ਦਿਆ ਕਰ, ਹੇ ਮੇਰੇ ਮਨਾ, ਇਹ ਜੋ ਅਕਾਲ ਪੁਰਖ ਵਾਹਿਗੁਰੂ ਖੱਟ ਭਗਾ ਸੰਪੂਰਨ ਹੈ, ਇਸ ਨੂੰ ਜਪਣਾ ਕਰ। ਨਾਮ ਦਾਨ ਦੇ ਜਨ ਆਪਣੇ। ਮਹਾਰਾਜ ਕੀ ਹੋਵੇਗਾ? ਕਹਿੰਦੇ ਪਰਮੇਸ਼ਰ ਵਾਹਿਗੁਰੂ ਤੈਨੂੰ ਨਾਮ ਦਾ ਦਾਨ ਜਿਹੜਾ ਹੈ ਇਹ ਦੇ ਦੇਣਾ ਕਰੇਗਾ ਜੀ। ਦੁਖ ਦਰਦ
ਦਰਦ ਕਾ ਹੰਤਾ। ਮਹਾਰਾਜ ਨਾਮ ਜਪਣ ਨਾਲ ਕੀ ਹੋਵੇਗਾ? ਕਹਿੰਦੇ ਦੁੱਖਾਂ ਦਰਦਾਂ ਦਾ ਨਾਸ ਹੋ ਜਾਵੇਗਾ, ਕੋਈ ਦੁੱਖ ਦਰਦ ਤੇਰੇ ਨੇੜੇ ਹੀ ਨਹੀਂ ਆਵੇਗਾ ਜੀ। ਕਿਉਂਕਿ ਜਿਨ੍ਹਾਂ ਨੇ ਜਪਿਆ ਹੈ ਉਹ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਗਏ ਹਨ। ਰਹਾਉ ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਜਾ ਕੈ ਘਰ ਸਭ ਕਿਛ ਹੈ ਭਾਈ। ਮਹਾਰਾਜ ਮੈਨੂੰ ਦੱਸ ਦਵੋ, ਆਪਣਾ ਸੌਦਾ ਬਣ ਜਾਵੇ। ਗੱਲ ਨੇੜੇ ਜੇ ਲੱਗਦੀ ਏ ਕਿ ਦੁੱਖਾਂ ਦਾ ਕੰਮ ਤੇ ਤੁਸੀਂ ਮਸਲਾ ਹੱਲ ਕਰ ਦਿੱਤਾ। ਕੋਈ ਪ੍ਰਸ਼ਾਦੇ ਪਾਣੀ ਦਾ ਦੱਸੋ ਕਿ ਕੋਈ ਬਾਤ ਬਣੇਗੀ। ਕਹਿਣ ਲੱਗੇ ਭਾਈ ਜਾ ਕੇ ਘਰ ਸਭ ਕਿਛ ਹੈ ਭਾਈ। ਭਾਈ ਇਹ ਅਕਾਲ ਪੁਰਖ ਵਾਹਿਗੁਰੂ ਦਾ ਦਾਰੀ ਇਹੋ ਜਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਾ ਹਾਂ, ਜਿੱਥੇ ਤੈਨੂੰ ਮੁਕਤੀ ਦਾ ਕਾਰਨ ਬਣਦੀ ਹੈ। ਇੱਥੇ ਪੜ੍ਹੀ ਹੋਈ ਬਾਣੀ, ਉੱਥੇ ਗੁਰੂ ਕੇ ਸਿੱਖ ਕਹਿੰਦੇ ਨੇ, ਗੁਰੂ ਕਾ ਸਿੱਖਾ ਲੱਗਦਾ ਏ ਤੈਨੂੰ ਸਰੀਰਕ ਬਿਮਾਰੀ ਏ ਕੋਈ। ਹਾਂ ਜੀ, ਕਹਿੰਦੇ ਦੁੱਖ ਭੰਜਨੀ ਬੇਰ ਸਾਹਿਬ ਇਸ਼ਨਾਨ ਕਰਿਆ ਕਰ। ਮਹਾਰਾਜ ਬਿਮਾਰੀ ਠੀਕ ਹੋ ਜਾਵੇਗੀ, ਪ੍ਰਸ਼ਾਦਾ ਪਾਣੀ ਕਿਵੇਂ ਚੱਲੇਗਾ? ਗੁਰੂ ਕਾ ਸਿੱਖਾ ਜੀ ਅੰਮ੍ਰਿਤਸਰ ਵਾਸੀ ਹੈ, ਤੈਨੂੰ ਪਤਾ ਨਹੀਂ। ਜਿਹੜਾ ਅੰਮ੍ਰਿਤਸਰ ਦੇ ਅੰਦਰ ਰਹਿਣ ਆ ਗਿਆ, ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਇਹ ਸਿੱਖਿਆ ਮੈਨੂੰ ਪਹਿਲੇ ਦਿਨ ਦਿੱਤੀ ਸੀ। ਪਹਿਲੇ ਦਿਨ ਇਸੇ ਹੀ ਦੀਵਾਨ ਹਾਲ ਤੋਂ ਪੜ੍ਹਦਿਆਂ ਹੋਇਆਂ ਉਹਨਾਂ ਦੇ ਪਾਸ ਕਹਿਣ ਲੱਗੇ, ਪੁੱਤ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਵੇ ਉਹਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਉਹ ਕਦੀ ਭੁੱਖਾ ਮਾਰੀ ਨਹੀਂ ਸਕਦਾ। ਤਾਂ ਕਰਕੇ ਇੱਥੇ ਵੀ ਗੁਰੂ ਕੇ ਬਚਨ ਹਨ, ਚੇਤੇ ਰੱਖੀਏ ਜਾ ਕੇ ਘਰ ਸਭ ਕਿਛ ਹੈ ਭਾਈ। ਇਸ ਘਰ ਵਿੱਚ ਸਭ ਕੁਝ ਹੀ ਹੈ ਜੀ। ਨੌ ਨਿਧ ਭਰੇ ਭੰਡਾਰ, 9 ਨਿਧੀਆਂ ਦੇ ਭੰਡਾਰੇ ਭਰੇ ਹੋਏ ਹਨ। ਇਸ ਕੀ ਕੀਮਤ ਨਾ ਪਵੈ ਭਾਈ। ਮਹਾਰਾਜ ਕਿੰਨਾ ਕੁ ਹੈ? ਕਹਿੰਦੇ ਭਾਈ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ। ਦੇਦਾ ਦੇ ਲੈਦੇ ਥਕ ਪਾਹੇ। ਉੱਚਾ ਅਗਮ ਅਪਾਰ, ਉਹ ਕੈਸਾ ਹੈ ਮਹਾਰਾਜ? ਉਹ ਵੀ ਦੱਸੋ। ਕਹਿੰਦੇ ਉੱਚਾ ਹੈ, ਵੱਡੇ ਤੋਂ ਵੱਡਾ। ਕਿੰਨਾ ਕਹਿ ਜੀ? ਕੋਈ ਮਿਣਤੀ ਗਿਣਤੀ ਹੋਵੇਗੀ ਸੂਰਜ ਵਾਂਗ? ਕਹਿੰਦੇ ਨਹੀਂ, ਗਮਤਾ ਤੋਂ ਪਰੇ ਆ। ਗਮਤਾ ਨਾਮ ਹੁੰਦਾ ਬੁੱਧੀ ਦਾ। ਆ ਗਮ ਹੈ ਉਹ ਪਾਰਾਵਾਰ ਤੋਂ ਰਹਿਤ ਹੈ। ਵੇਦ ਸ਼ਾਸਤਰਾਂ ਕਰਕੇ ਕੋਈ ਉਹਦਾ ਪਾਰਾਵਾਰ ਨਹੀਂ ਪਾ ਸਕਦਾ। ਉਹ ਤੇ ਇਹੋ ਹੀ ਕਹਿਣਾ ਬਣ ਆਉਂਦਾ, ਜਿਵੇਂ ਭਾਈ ਗੁਰਦਾਸ ਸਿੰਘ ਜੀ ਨੇ ਵੀ ਲਿਖ ਦਿੱਤਾ। ਪੁੱਛਿਆ ਭਾਈ ਗੁਰਦਾਸ ਸਿੰਘ ਜੀ, ਤੁਸੀਂ ਕਲਗੀਧਰ ਪ੍ਰੀਤਮ ਦੇ ਸਿੱਖ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਹਨ? ਕੋਈ ਉਹਨਾਂ ਦੀ ਮਹਿਮਾ ਦੱਸੋ। ਤੇ ਭਾਈ ਗੁਰਦਾਸ ਸਿੰਘ ਜੀ ਦੀ ਕਲਮ ਆਪ ਮੁਹਾਰੇ ਬੋਲ ਪੀ। ਕਹਿਣ ਲੱਗੇ, ਦੁਨੀਆ ਦੇ ਲੋਕੋ ਵਾਹ ਪ੍ਰਗਟਿਓ ਮਰਦ ਅਗੰਮੜਾ, ਵਰੀ ਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿਣ ਲੱਗੇ, ਕੌਣ ਦੱਸੇ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਸਤਿਗੁਰੂ ਬੁੱਧੀ ਦਾ ਵਿਸ਼ਾ ਹੀ ਨਹੀਂ ਜੇ। ਕੋਈ ਬੁੱਧੀ ਕਰਕੇ ਆਖੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਰਾਵਾਰ ਦੱਸਾਂਗਾ, ਨਹੀਂ ਦੱਸ ਸਕਦਾ। ਕੀ ਦੱਸੇਗਾ ਕੋਈ? ਗੁਰੂ ਗੋਬਿੰਦ ਸਿੰਘ ਪੁੱਤਰਾਂ ਦਾ ਦਾਣੀ ਹੈ, ਕੀ ਦੱਸੇਗਾ? ਆਪਾਂ ਕਹਿੰਦੇ ਉਹ ਕਲਗੀਧਰ ਪਿਤਾ ਹੈ, ਉਹ ਕਲਗੀ ਨੂੰ ਧਾਰਨ ਕਰਨ ਵਾਲਾ ਇੱਕ ਬਾਦਸ਼ਾਹ ਦਰਵੇਸ਼ ਸਤਿਗੁਰੂ ਹੈ। ਕੀ ਕਹੋਗੇ? ਉਹ ਕਿਹੜਾ ਸਤਿਗੁਰੂ ਹੈ ਜਿਹੜਾ ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੈ? ਬੁੱਧੀ ਨਿਰਣਾ ਨਹੀਂ ਕਰ ਸਕਦੇ ਜੀ। ਇਸ ਕਰਕੇ ਪਾਰਾਵਾਰ ਤੋਂ ਪਰੇ ਹੈ ਪਰਮੇਸ਼ਰ ਵਾਹਿਗੁਰੂ ਜੀ। ਜੰਤ ਪਰ ਪ੍ਰਤਪਾਲ ਦਾ ਭਾਈ। ਮਹਾਰਾਜ ਕੈਸਾ ਹੈ ਉਹ ਅਕਾਲ ਪੁਰਖ? ਕਹਿੰਦੇ ਸਾਰੇ ਜੀ, ਛੋਟੇ ਤੋਂ ਲੈ ਕਰਕੇ ਵੱਡੇ ਤੱਕ, ਹਾਥੀ ਤੋਂ ਲੈ ਕੇ ਕੀੜੀ ਤੱਕ ਪਾਲਣਾ ਕਰਨ ਵਾਲਾ ਹੈ ਜੀ। ਨਿਤ ਨਿਤ ਘਰ ਦਾ ਸਾਰ, ਮਹਾਰਾਜ ਕਿੰਨੇ ਕੁ ਦਿਨ ਕਹਿੰਦੇ ਨਿਤਾ ਪ੍ਰਤੀ ਉਹਨਾਂ ਦੀ ਸਾਰ ਸੰਭਾਲ ਕਰ ਰਿਹਾ ਹੈ। ਸਤਿਗੁਰ ਪੂਰਾ ਭੇਟਿਆ ਭਾਈ। ਇਸ ਕਰਕੇ ਕਹਿੰਦੇ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਣਾ ਕਰੋ, ਪੂਜਣਾ ਕਰੋ। ਸ਼ਬਦ ਮਿਲਾਵਨ ਹਾਰ, ਮਹਾਰਾਜ ਇਹ ਪੂਰੇ ਸਤਿਗੁਰੂ ਮਿਲਣਗੇ ਕਿਵੇਂ? ਕਹਿੰਦੇ ਸ਼ਬਦ ਦੇ ਨਾਲ ਜੁੜ ਜਾ, ਸ਼ਬਦ ਦੇ ਨਾਲ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਣੰ। ਚੇਤਾ ਰੱਖਿਆ ਕਰ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਚੇ ਚਰਨ ਸਰੇਵੀਐ ਭਾਈ। ਕਹਿੰਦੇ ਭਾਈ ਇਸ ਕਰਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਸਰੇਵੀਏ, ਪੂਜਿਆ ਕਰ। ਭ੍ਰਮ ਪੋ ਹੋਵੈ ਨਾਸ, ਤੇਰਾ ਜਿਹੜਾ ਭਰਮ ਪਿਆ ਹੋਇਆ ਹੈ, ਪਤਾ ਨਹੀਂ ਬੌੜੇ ਤੇ ਨਾ ਬੌੜੇ। ਚੇਤੇ ਰੱਖ, ਉਹ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਜੇਲ੍ਹ ਚੋਂ ਬੈਠਿਆਂ ਨੂੰ ਛਡਾ ਕੇ ਲੈ ਆਉਂਦਾ। ਭਰਮ ਕਿਉਂ ਕਰਦਾ? ਭਰਮ ਨਾ ਕਰਿਆ ਕਰ, ਉਹ ਸਾਰੇ ਬੰਧਨ ਤੋੜਨ ਵਾਲਾ ਹੈ। ਅਜੇ ਵੀ ਭਰਮ ਹੈ ਸਿੱਖਾ ਚਿੱਤ ਵਿੱਚ। ਉਹਨੇ ਸਰਬੰਸੀ ਲੁਟਾ ਦਿੱਤਾ। ਕਾਹਦਾ ਭਰਮ ਕਰਕੇ ਬੈਠਾ ਹੋਇਆ ਹੈ? ਤੇ ਭਉ ਨਾ ਕਰ, ਡਰ ਨਾ ਜਾਵੀਂ।
ਤੈਨੂੰ ਬਚਾਉਣ ਵਾਸਤੇ ਹੀ। ਜੇ ਕੋਈ ਤੈਨੂੰ ਡਰਾਉਣ ਵਾਲਾ ਆ ਜਾਵੇ, ਮੂਰਖ ਕੋਈ ਆਖ ਦਵੇ ਕਿ ਤੇਰੀ ਰੱਖਿਆ ਕਿਵੇਂ ਕਰੇਗਾ, ਆਪਣੇ ਤੇ ਪੁੱਤਰ ਬਚਾਏ ਨਹੀਂ, ਤੇ ਉਹਨੂੰ ਆਖੀ ਮੇਰੀ ਰੱਖਿਆ ਕਰਨ ਵਾਸਤੇ ਹੀ ਬਲਿਦਾਨ ਦਿੱਤਾ, ਇਸ ਕਰਕੇ ਡਰ ਵੀ ਤੇਰਾ ਦੂਰ ਹੋ ਜਾਵੇਗਾ। ਉਹਨੇ ਸਾਰੇ ਡਰ ਚੁੱਕ ਦਿੱਤੇ ਨੇ। ਮੈਂ ਨਿਰਭਉ ਸਤਿਗੁਰੂ ਸਾਹਿਬ ਜੀ ਦਾ ਚੇਲਾ ਹਾਂ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਮਹਾਰਾਜ ਮਨ ਫੇਰ ਵੀ ਡਰਦਾ, ਕਿੱਥੇ ਜਾਈਏ? ਕਹਿੰਦੇ ਸੰਤਾਂ ਦੀ ਸਭਾ ਵਿੱਚ ਮਿਲ ਕਰਕੇ ਇਹ ਮਨ ਨੂੰ ਮਾਂਜਣਾ ਕਰ। ਹਰ ਕੈ ਨਾਮ ਨਿਵਾਸ। ਜਦੋਂ ਮਾਂਜਿਆ ਹੋਵੇਗਾ ਫਿਰ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦਾ ਨਿਵਾਸ ਹੋ ਜਾਵੇਗਾ। ਕਿਵੇਂ? ਭਾਂਡਾ ਧੋਏ ਧੂਪ ਬੈਸ ਦੇਵੋ ਤਉ ਦੂਧੇ ਕੋ ਜਾਵੋ। ਜੇ ਨਾਮ ਜਪਣਾ ਹੈ ਪਹਿਲਾਂ ਹਿਰਦੇ ਰੂਪੀ ਭਾਂਡੇ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕਰਕੇ ਮਾਂਜਣਾ ਕਰ। ਮਿਟੈ ਅੰਧੇਰਾ ਅਗਿਆਨਤਾ ਭਾਈ। ਕਹਿੰਦੇ ਅਗਿਆਨ ਰੂਪੀ ਹਨੇਰਾ ਮੁੱਕ ਜਾਵੇਗਾ। ਕਮਲ ਜਨੀ ਸੁਖ ਊਪਜੈ ਭਾਈ। ਪਰ ਮਹਾਰਾਜ ਹੋਵੇਗਾ ਕਿਵੇਂ? ਕਹਿੰਦੇ ਜਦੋਂ ਗੁਰੂ ਕੇ ਬਚਨਾਂ ਨੂੰ ਹਿਰਦੇ 'ਚ ਵਸਾ ਲਵੇਂਗਾ। ਇੱਕ ਗੁਰੂ ਕੇ ਬਚਨ ਹੀ ਹਨ ਜਿਨ੍ਹਾਂ ਦੁਆਰਾ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਜੀ। ਸਭ ਫਲ ਸਤਿਗੁਰ ਪਾਸ। ਮਹਾਰਾਜ ਕਿਉਂ ਜੀ? ਕਿਵੇਂ? ਮਨ ਨੇ ਅਗਲਾ ਸਵਾਲ ਕਰ ਦਿੱਤਾ। ਕਹਿੰਦੇ ਉਹਦਾ ਕਾਰਨ ਹੈ ਸਾਰੇ ਫਲ ਗੁਰੂ ਸਾਹਿਬ ਜੀ ਦੇ ਪਾਸ ਹਨ, ਕਿਸੇ ਹੋਰ ਦੇ ਪਾਸ ਹੀ ਨਹੀਂ। ਮੇਰਾ ਤੇਰਾ ਛੋਡੀਐ ਭਾਈ। ਇਸ ਕਰਕੇ ਮਹਾਰਾਜ ਕਹਿੰਦੇ ਮੇਰੇ ਭਰਾਵਾ ਮੇਰਾ ਤੇਰਾ ਛੱਡ ਦੇਣਾ ਕਰ। ਹੋਈਐ ਸਭ ਕੀ ਧੂੜ। ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾ। ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ, ਸੰਗਤ ਦੇ ਚਰਨਾਂ ਦੀ ਇਹ ਨਹੀਂ ਜਿਹੜੀ ਧੂੜੀ ਅੱਜ ਕੱਲ ਆਪਾਂ ਬਣੇ ਫਿਰਦੇ। ਬਾਬਾ ਜੀ ਅਸੀਂ ਪੀਰਾਂ ਫਕੀਰਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਤੇ ਵੀਰਵਾਰ ਦੇ ਵੀਰਵਾਰ ਦੀਵਾ ਵੀ ਜਗਾਉਨੇ, ਪਹਿਲਾਂ ਹੀ ਮੰਨ ਕੇ ਬੈਠੇ ਹੋਏ ਆ। ਨਹੀਂ ਭਾਈ, ਤੈਨੂੰ ਚੇਤੇ ਹੋਣਾ ਚਾਹੀਦਾ ਸੀ ਜੋ ਪਾਹਣ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ। ਜਿਹੜੇ ਪੱਥਰਾਂ ਨੂੰ ਪੂਜਦੇ ਫਿਰਦੇ ਗੁਰਦੇਵ ਕਹਿੰਦੇ ਉਹਨਾਂ ਦੀ ਘਾਲ, ਉਹਨਾਂ ਦੇ ਪੱਲੇ ਕੱਖ ਨਹੀਂ ਪੈਣਾ। ਧੂੜ ਬਾਨੀ ਕੀ ਤੱਪੜ ਝਾੜ ਵਿਛਾਏ, ਧੂੜੀ ਨਹਾਇਆ। ਸਤ ਸੰਗਤ ਦੇ ਚਰਨਾਂ ਦੀ ਧੂੜ ਬਾਨਾ ਕਰ। ਘਟ ਘਟ ਬ੍ਰਹਮ ਪਸਾਰਿਆ ਭਾਈ। ਸੋ ਮਹਾਰਾਜ ਕੀ ਮਿਲੇਗਾ ਸੰਗਤ ਦੀ ਧੂੜੀ ਬਾਨੇ ਤੇ? ਕਹਿੰਦੇ ਫਿਰ ਤੈਨੂੰ ਵਿਆਪਕ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਨਦਰੀ ਆ ਜਾਵੇਗਾ। ਵੇਖੈ ਸੁਣੈ ਹਜੂਰ। ਇਹ ਪਤਾ ਲੱਗ ਜਾਵੇਗਾ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਇਹ ਚੇਤਾ ਆ ਜਾਵੇਗਾ ਉਹ ਵੇਖ ਵੀ ਰਿਹਾ ਹੈ ਤੇ ਸੁਣ ਵੀ ਰਿਹਾ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ। ਮਹਾਰਾਜ ਜੇ ਕਿਸੇ ਨੂੰ ਵਿਸਰ ਜਾਵੇ, ਭੁੱਲ ਜਾਵੇ, ਕਹਿੰਦੇ ਜਿਹੜੇ ਦਿਹਾੜੇ ਵਿਸਰ ਜਾਵੇ ਜੀ, ਜਿਤ ਦਿਨ ਮਰੀਐ ਝੂਰ। ਜਿਵੇਂ ਸੂਮ ਦਾ ਧਨ ਨਾਸ ਹੋਣੇ ਤੇ ਉਹ ਚੂਰ ਚੂਰ ਕੇ ਮਰ ਜਾਂਦਾ ਹੈ। ਗੁਰਦੇਵ ਕਹਿੰਦੇ ਜਿਸ ਦਿਨ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਗਤੀ ਵਿਸਰ ਜਾਵੇ, ਗੁਰੂ ਕਾ ਸਿੱਖਾ ਜਿਸ ਦਿਨ ਸੱਤ ਬਾਣੀਆਂ ਦੇ ਨਿਤਨੇਮ ਤੋਂ ਵਾਂਝਾ ਰਹਿ ਜਾਵੇ ਨਾ, ਜਿਹੜਾ ਘੱਟ ਤੋਂ ਘੱਟ ਤੈਨੂੰ ਪੰਜਾਂ ਨੇ ਹੁਕਮ ਕੀਤਾ ਸੀ ਉਹ ਦਿਹਾੜੇ ਝੂਰ ਝੂਰ ਕੇ ਮਰ ਜਾਵੀਂ। ਤੈਨੂੰ ਚੇਤਾ ਰਵੇ ਇਹ ਝੂਰ ਨਾ ਤੇਰੇ ਪੱਲੇ ਪਈ ਰਵੇ ਕਿ ਅੱਜ ਮੈਨੂੰ ਘਾਟਾ ਬੜਾ ਜ਼ਿਆਦਾ ਵੱਡਾ ਪੈ ਗਿਆ ਹੈ ਜੀ। ਕਰਨ ਕਰਾਵਨ ਸਮਰੱਥੋ ਭਾਈ। ਸੋ ਉਹਦੇ ਅੱਗੇ ਬੇਨਤੀ ਕਰ ਜੋ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ। ਸਰਬ ਕਲਾ ਭਰਪੂਰ। ਜੋ ਸਾਰਿਆਂ ਥਾਵਾਂ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਜੀ। ਪ੍ਰੇਮ ਪਦਾਰਥ ਨਾਮ ਹੈ ਭਾਈ। ਮਹਾਰਾਜ ਕੀ ਪ੍ਰਾਪਤ ਕਰੀਏ? ਕਹਿੰਦੇ ਪ੍ਰੇਮ ਰੂਪੀ ਪਦਾਰਥ ਉਸ ਦਾ ਨਾਮ ਹੈ। ਪ੍ਰਾਪਤ ਕਰਨ ਵਾਲੀ ਚੀਜ਼ ਮਾਇਆ ਮੋਹ ਵਿਨਾਸ਼। ਮਾਇਆ ਦੇ ਮੋਹ ਨੂੰ ਨਾਸ ਕਰਨ ਵਾਲਾ ਹੈ ਜੀ। ਜਿਸ ਭਾਵੈ ਤਾਂ ਮੇਲ ਲਏ ਭਾਈ। ਜੇ ਉਹਨੂੰ ਭਾਵੇ ਤਾਂ ਸੰਗਤ ਦੁਆਰਾ ਆਪਣੇ ਨਾਲ ਮੇਲਦਾ ਹੈ। ਹਿਰਦੈ ਨਾਮ ਨਿਵਾਸ। ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਵਾਸਾ ਦੇ ਕਰਕੇ ਜੀ। ਗੁਰਮੁਖ ਕਮਲ ਪ੍ਰਗਾਸੀਐ ਭਾਈ। ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਹਿਰਦੇ ਕੌਲ ਦੁਆਰਾ ਉਹ ਪ੍ਰਗਾਸ਼ ਪ੍ਰਗਟ ਹੋ ਆਇਆ ਹੈ। ਹਿਰਦੇ ਹੋਵੇ ਪ੍ਰਗਾਸ। ਕਹਿੰਦੇ ਭਾਈ ਹਿਰਦੇ 'ਚ ਪ੍ਰਗਾਸ਼ ਹੋਇਆ ਹੈ ਗੁਰਮੁਖਾਂ ਦੇ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਕਹਿੰਦੇ ਉਹਦਾ ਸਾਰਿਆਂ ਥਾਵਾਂ ਤੇ ਪਰਿਪੂਰਨ ਪ੍ਰਤਾਪ ਉਹਨਾਂ ਨੂੰ ਦਿਸ ਆਇਆ ਹੈ। ਮੌਲਿਆ ਧਰਤ ਆਕਾਸ਼। ਕੀ ਵੇਖਦੇ ਹਨ? ਸਾਰਿਆਂ ਥਾਵਾਂ ਤੇ ਉਹ ਵਿਆਪਕ ਹੈ।
ਜਿੱਥੇ ਵੀ ਉਹ ਨਦਰੀ ਉਹਨਾਂ ਦੀ ਨਦਰ ਜਾਂਦੀ ਏ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਦਰੀ ਆਉਂਦਾ ਹੈ ਜੀ। ਗੁਰ ਪੂਰੈ ਸੰਤੋਖਿਆ ਭਾਈ। ਕਹਿੰਦੇ ਭਾਈ ਪੂਰੇ ਸਤਿਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਸੰਤੋਖ ਦੀ ਦਾਤ ਦਿੱਤੀ ਹੈ। ਅਹਨਿਸ ਲਾਗਾ ਭਾਉ। ਦਿਨ ਪਰ ਰਾਤ ਉਹਨਾਂ ਦਾ ਭਾਉ ਪ੍ਰੇਮ ਲੱਗਾ ਹੋਇਆ ਹੈ। ਰਸਨਾ ਰਾਮ ਰਵੈ ਸਦਾ ਭਾਈ। ਤੇ ਜਿਨ੍ਹਾਂ ਦਾ ਹਿਰਦੇ 'ਚ ਸੰਤੋਖ ਆ ਗਿਆ ਹੈ ਉਹਨਾਂ ਦੀ ਰਸਨਾ ਤੋਂ ਹੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੱਤੇ ਪੈਰ ਚੱਲਦਾ ਹੈ ਜੀ। ਸਾਚਾ ਸਾਧ ਸੁਭਾਉ। ਉਹਨਾਂ ਨੂੰ ਭਾਈ ਸੱਚਾ ਜੋ ਨਾਮ ਰੂਪੀ ਰਾਸੀ ਉਹ ਆ ਗਿਆ ਹੈ, ਉਹ ਚੰਗਾ ਲੱਗਣ ਲੱਗ ਪਿਆ। ਕਰਨੀ ਸੁਨ ਸੁਨ ਜੀਵਿਆ ਭਾਈ। ਜੀਂਦੇ ਹਨ ਨਿਹਚਲ ਪਾਇਆ ਥਾਉ। ਉਹਨਾਂ ਨੇ ਅਸਤਿਤ ਥਾਂ ਨੂੰ ਪਾ ਲੈਣਾ ਕੀਤਾ ਹੈ। ਜਿਸ ਪ੍ਰਤੀਤ ਨ ਆਵਈ ਭਾਈ। ਪਰ ਮਹਾਰਾਜ ਕਹਿੰਦੇ ਇੰਨੇ ਗੁਣ ਹੁੰਦਿਆਂ ਵੀ ਜਿਹਨੂੰ ਪ੍ਰਤੀਤ ਨਹੀਂ ਆਈ, ਜਿਹਨੂੰ ਯਕੀਨ ਆਇਆ ਨਹੀਂ, ਸੋ ਜੀੜਾ ਜਲ ਜਾਓ। ਇਹੋ ਜਿਹਾ ਹਿਰਦਾ ਤੇ ਫਿਰ ਸਾੜੀ ਜਾਣਾ ਚਾਹੀਦਾ ਨਾ, ਜਿਹਨੂੰ ਅਜੇ ਵੀ ਯਕੀਨ ਨਾ ਆਵੇ, ਸਰਬੰਸ ਲਟਾਉਣ ਤੋਂ ਬਾਅਦ ਵੀ ਯਕੀਨ ਨਾ, ਇਹ ਕਹਿਣ ਤੋਂ ਬਾਅਦ ਵੀ ਯਕੀਨ ਨਾ ਕਿ ਤੁਹਾਨੂੰ ਸਰਦਾਰੀਆਂ ਹੀ ਤਾਂ ਦਵਾਂਗਾ ਜੇ ਮੈਂ ਸਰਦਾਰੀਆਂ ਨਾ ਦਵਾਂ ਤੇ ਮੇਰਾ ਨਾਂ ਗੋਬਿੰਦ ਸਿੰਘ ਨਾ ਕਿਹਾ ਜੇ। ਮੈਂ ਸਰਬੰਸ ਲਟਾ ਕੇ ਵੀ ਤੁਹਾਨੂੰ ਸਰਦਾਰ ਬਣਾ ਦਵਾਂਗਾ। ਧੀਓ ਤੇ ਭੈਣੋ, ਤੁਹਾਨੂੰ ਮੰਦਰਾਂ ਚੋਂ ਮਸੀਤਾਂ ਚੋਂ ਧੱਕੇ ਪੈਂਦੇ ਸਨ, ਮੈਂ ਆਪਣੀ ਗੋਦੀ 'ਚ ਬਿਠਾ ਕੇ ਤੁਹਾਨੂੰ ਗੁਰਜਸ ਕਰਨ ਵਾਲੀਆਂ ਕਰ ਦਵਾਂਗਾ। ਜੇ ਅਜੇ ਵੀ ਯਕੀਨ ਨਾ ਆਵੇ ਕਲਗੀਆਂ ਵਾਲੇ ਬਾਪੂ ਤੇ ਫਿਰ ਮਹਾਰਾਜ ਕਹਿੰਦੇ ਇਹੋ ਜਿਹਾ ਜੀੜਾ ਤੇ ਜਾਲੀ ਜਾਣਾ ਚਾਹੀਦਾ ਨਾ, ਇਹੋ ਜਿਹਾ ਹਿਰਦਾ ਸਾੜੀ ਜਾਵੇ ਜਿਹਨੂੰ ਅਜੇ ਵੀ ਪ੍ਰਤੀਤ ਨਹੀਂ। ਬਹੁ ਗੁਣ ਮੇਰੇ ਸਾਹਿਬੈ ਭਾਈ। ਕਹਿੰਦੇ ਭਾਈ ਬਹੁਤੇ ਗੁਣ ਮੇਰੇ ਸਤਿਗੁਰੂ ਸਾਹਿਬ ਵਿੱਚ ਹਨ। ਆਓ ਤਿਸ ਕੈ ਬਲ ਜਾਓ। ਅਸੀਂ ਤੇ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ। ਉਹ ਨਿਰਗੁਣ ਯਾਰੇ ਪਾਲਦਾ ਭਾਈ। ਉਹ ਦੁਨੀਆ ਦੇ ਲੋਕ ਤੇ ਗੁਣਾ ਵਾਲਿਆਂ ਦੀ ਕਦਰ ਕਰਦੇ ਨੇ, ਪਰ ਮੇਰਾ ਬਾਪੂ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਗੀਧਰ ਪ੍ਰੀਤਮ ਸਰਬੰਸ ਦਾਨੀ ਗੁਰੂ ਨਿਰਗੁਣਿਆਂ ਨੂੰ, ਜਿਨ੍ਹਾਂ 'ਚ ਗੁਣੀ ਕੋਈ ਨਹੀਂ ਮੇਰੇ ਵਰਗਿਆਂ 'ਚ, ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਐਸੇ ਨਗੂਣਿਆਂ ਨੂੰ ਜਿਹੜੇ ਮੇਰੇ ਵਰਗੇ ਹੱਥਾਂ ਪੈਰਾਂ ਤੋਂ ਪਿਘਲੇ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਦੇਣ ਵਾਲਾ, ਜਿਨ੍ਹਾਂ ਨੂੰ ਘਰਦਿਆਂ ਨੇ ਵੀ ਇਹ ਕਹਿਤਾ ਵੀ ਕਾਕਾ ਜੇ ਨਹੀਂ ਖਾਧੀ ਕਮਾ ਕੇ ਖਾਧੀ ਜਾਂਦੀ ਤੇ ਆਪਣਾ ਪਾਸਾ ਕਰ, ਅਜਿਹਾਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਪਾਲਣ ਵਾਲਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।